ਦਿਆਲੂ ਸਤਿਗੁਰੂ ਜੀ ਸਾਡੇ ਜੀਵਾਂ ਤੇ ਕਿਰਪਾਲਤਾ ਕਰਦਿਆਂ ਹੋਇਆਂ ਸਾਨੂੰ ਪਾਵਨ ਤੇ ਪਵਿੱਤਰ ਧੁਰ ਦਰਗਾਹੀ ਉਪਦੇਸ਼ ਬਖਸ਼ਿਸ਼ ਕਰਦੇ ਆ ਰਹੇ ਨੇ। ਚੱਲ ਰਹੀ ਲੜੀਵਾਰ ਕਥਾ ਦੇ ਦੁਆਰਾ ਪਾਵਨ ਪਵਿੱਤਰ ਬਚਨ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1373 ਅੰਗ ਦੇ ਉੱਪਰ ਸੁਭਾਈਮਾਨ ਹਨ। ਮਹਾਰਾਜ ਭਗਤ ਬਾਬਾ ਕਬੀਰ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ। ਮਹਾਰਾਜ ਭਗਤ ਬਾਬਾ ਕਬੀਰ ਸਾਹਿਬ ਸੰਸਾਰ ਦੇ ਜੀਵਾਂ ਨੂੰ ਇਹ ਗੱਲ ਸਮਝਾਉਂਦੇ ਨੇ, ਸੰਸਾਰ ਦੇ ਅੰਦਰ ਆ ਕਰਕੇ ਜੀਵ ਸਤ ਸੰਗਤ ਕਰੀ, ਕਿਸੇ ਜੁੜੇ ਹੋਏ ਦਾ ਸੰਗ ਕਰੀ ਜਿਹੜਾ ਕਿ ਸਤ ਦੇ ਨਾਲ ਜੁੜਿਆ ਹੋਇਆ ਹੈ। ਉਸ ਦਾ ਸੰਗ ਕਰੀ ਜਿਹਦੀਆਂ ਕਾਮਨਾਵਾਂ ਵਾਸ਼ਨਾਵਾਂ ਦਾ ਅੰਤ ਹੋਇਆ ਹੈ, ਜਿਨੇ ਆਪਾ ਭਾਵ ਨੂੰ ਮਾਰ ਲਿਆ ਹੈ, ਅੰਤ ਪਰਿਅੰਤ ਸੰਤ ਉਹਨੇ ਆਪਣੇ ਆਪ ਦਾ ਅੰਤ ਕਰ ਲਿਆ ਹੈ। ਸਵੈ ਪ੍ਰਯੋਜਨ ਕੋਈ ਨਹੀਂ, ਇੱਕੋ ਪ੍ਰਯੋਜਨ ਨੇ ਪਰਮਾਤਮਾ ਦੀ ਬਣਾਈ ਹੋਈ ਕਾਇਨਾਤ ਨੂੰ ਭੁੱਲਿਆ ਹੋਇਆਂ ਨੂੰ ਮਾਰਗ ਪਾ ਕੇ ਮੰਜ਼ਿਲ ਤੱਕ ਪਹੁੰਚਦੇ ਕਰਨਾ ਹੈ। ਪਰਮਾਤਮਾ ਦੇ ਨਾਲ ਹੀ ਮਿਲ ਜਾਓ। ਜਦੋਂ ਐਸੇ ਗੁਰਸਿੱਖ ਦਾ, ਸੰਤ ਦਾ, ਸਾਧੂ ਦਾ, ਰੱਬ ਦੇ ਪਿਆਰੇ ਦਾ ਜਿਹਨੂੰ ਸੰਗ ਹੋ ਗਿਆ, ਉਹ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਜਾਵੇਗਾ। ਪਰਮਾਤਮਾ ਦੇ ਨਾਮ ਵਿੱਚ ਖੀਵਾ ਹੋ ਕੇ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦਾ ਹੋਇਆ ਮੰਜ਼ਲ ਤੇ ਪਹੁੰਚੇਗਾ। ਜਦੋਂ ਮੰਜ਼ਲ ਤੇ ਪਹੁੰਚੇਗਾ, ਮਾਲਕ ਭਗਵਾਨ ਉਸ ਨੂੰ ਮੁਕਤ ਕਰ ਦੇਵੇਗਾ, ਜੰਮਣ ਮਰਨ ਤੋਂ ਰਹਿਤ ਕਰ ਦੇਵੇਗਾ, ਆਪਣਾ ਰੂਪ ਦੇ ਦੇਵੇਗਾ। ਤਾਂ ਸਾਹਿਬ ਨੇ ਕਲ ਬਚਨ ਕਰਦਿਆਂ ਇਹ ਬਚਨ ਕੀਤੇ ਸਨ ਕਿ ਭਲਿਆ ਪਰਮਾਤਮਾ ਦੇ ਬਖਸ਼ੇ ਹੋਇਆਂ ਦਾ ਸੰਗ ਕਰੀ, ਤੇਰੇ ਤੇ ਕਿਰਪਾ ਹੋਏਗੀ। ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ, ਸੰਤ ਜੋ ਪਾਵੈ ਨਾਮ। ਜੇ ਬਖਸ਼ੇ ਹੋਏ ਦੇ ਕੋਲ, ਜੁੜੇ ਹੋਏ ਦੇ ਕੋਲ, ਸਾਧੂ ਦੇ ਕੋਲ, ਗੁਰਸਿੱਖ ਦੇ ਕੋਲ, ਸੰਤ ਦੇ ਕੋਲ, ਜਿਹਦਾ ਸਵੈ ਪ੍ਰਯੋਜਨ ਹੀ ਕੋਈ ਨਹੀਂ, ਇੱਕੋ ਲਕਸ਼ ਮਾਲਕ ਨਾਲ ਉਹ ਮਿਲਿਆ, ਮਾਲਕ ਵੱਲ ਤੁਰਿਆ, ਉਹਨੇ ਮਾਰਗ ਦੱਸ ਦੇਣਾ ਹੈ। ਨਾ ਆਪਣੇ ਤਨ ਨਾਲ ਜੋੜਨਾ ਹੈ, ਨਾ ਸਰੀਰ ਨਾਲ। ਪਰਮਾਤਮਾ ਦਾ ਉਪਦੇਸ਼ ਦੇ ਕੇ ਜਿਹੜੇ ਮਾਰਗ ਤੇ ਆਪ ਤੁਰਿਆ ਹੋਇਆ ਹੈ, ਉਹਦੇ ਤੇ ਉਹ ਪੁੱਛਣ ਵਾਲੇ ਨੇ ਟੁਰ ਪੈਣਾ। ਦੋਨੇ ਚੱਲਦੇ ਚੱਲਦੇ ਮੰਜ਼ਿਲੇ ਮਕਸੂਦ ਪਰਮਾਤਮਾ ਨਾਲ ਮਿਲ ਜਾਂਦੇ ਨੇ। ਮਹਾਰਾਜ ਮੇਰ ਕਰਦੇ, ਇਹ ਤੇਰਾ ਲੋਕ ਵੀ ਭਲਾ, ਤੇਰਾ ਪਰਲੋਕ ਵੀ ਭਲਾ। ਸੱਜਣਾ ਰੱਬ ਦਾ ਪਿਆਰਾ ਨਾਮ ਜਪਾਉਂਦਾ ਹੈ ਤੇ ਜਪਦਾ ਹੈ, ਜੁੜਿਆ ਤੇ ਜੋੜਦਾ ਹੈ। ਉਹਨਾਂ ਜੁੜੇ ਹੋਇਆਂ ਨੂੰ, ਜਪਣ ਵਾਲਿਆਂ ਨੂੰ ਭਗਵਾਨ ਉਹਨਾਂ ਦੀ ਮੁਕਤੀ ਕਰ ਦਿੰਦਾ, ਉਹਨਾਂ ਦਾ ਜੰਮਣ ਮਰਨਾ ਕੱਟ ਦਿੰਦਾ ਹੈ। ਜਿਹੜੇ ਸੰਸਾਰ ਵਿੱਚ ਆਏ ਆ ਕਰਕੇ ਉਹਨਾਂ ਕੋਲ ਗਿਆਨ ਤਾਂ ਬਹੁਤ ਹੈ, ਪੜ੍ਹੇ ਲਿਖੇ ਬੜੇ ਨੇ, ਬੜੇ ਗ੍ਰੰਥਾਂ ਨੂੰ ਵੀ ਵਾਚਿਆ, ਲਕਬ ਵੀ, ਤਖੱਲਸ ਵੀ ਨਾਲ ਜੁੜ ਗਏ। ਮਹਾਰਾਜ ਸਾਹਿਬ ਕਹਿੰਦੇ ਉਹਨਾਂ ਵੱਲ, ਉਹਨਾਂ ਨੂੰ ਸਿਆਣੇ ਜਾਣ ਕੇ ਲੋਕ ਮੰਗਰ ਤੁਰੇ ਨੇ, ਤੇ ਪਰ ਜਿਸ ਵਹਿਣ ਦੇ ਵਿੱਚ ਉਹ ਵਹਿ ਨਾ, ਉਸੇ ਵਹਿਣ ਦੇ ਵਿੱਚ ਮੰਗਰ ਜਾਣ ਵਾਲੇ ਵੀ ਵਹਿ ਗਏ। ਮਹਾਰਾਜ ਕਬੀਰ ਸਾਹਿਬ ਬਚਨ ਕਰਦੇ, ਕਬੀਰ ਜਿਹ ਮਾਰਗ ਪੰਡਿਤ ਗਏ, ਪਾਛੈ ਪਰੀ ਬਹੀਰ। ਮਹਾਰਾਜ ਕਬੀਰ ਸਾਹਿਬ ਕਹਿੰਦੇ, ਦੁਨੀਆ ਦੇ ਲੋਗੋ
ਸੰਸਾਰ ਦੇ ਅੰਦਰ ਜਿਹ ਮਾਰਗ, ਜਿਹੜੇ ਮਾਰਗ ਤੇ ਜਿਹ ਮਾਰਗ ਗਨੇ ਜਾਹਿ ਨਾ ਕੂਸਾ, ਹਰ ਕਾ ਨਾਮ ਉਹਾਂ ਸੰਗਤੂਸਾ। ਉਹ ਮਾਰਗ ਤੇ ਚੱਲਣਾ ਹੈ, ਪਰ ਪਹੁੰਚਦਾ ਉਹ ਹੈ ਜਿਹਦੇ ਕੋਲ ਨਾਮ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਹੜੇ ਪੰਡਾ ਬੁੱਧੀ ਦੇ ਮਾਲਕ, ਜਿਨ੍ਹਾਂ ਕੋਲ ਬੁੱਧੀ ਆਈ, ਔਰ ਪੰਡਿਤ ਵਿਦਵਾਨ, ਜਿਨ੍ਹਾਂ ਨੇ ਸ਼ਾਸਤਰਾਂ ਦਾ ਗਿਆਨ ਪ੍ਰਾਪਤ ਕੀਤਾ, ਲੋਕਾਈ ਨੂੰ ਮਾਰਗ ਤੇ ਤੋਰਨਾ ਸੀ, ਔਰ ਲੱਖ ਸੁਰਤੀ ਸੀ ਵੇਦਾਂ ਦੇ, ਉਹਦੇ ਆਧਾਰਿਤ ਪਰਮਾਤਮਾ ਨੂੰ ਮਿਲਾਣਾ ਸੀ। ਪਰ ਇਹ ਸਾਰੇ ਤੇ ਸਾਰੇ ਉਹਦੀ ਵਿਚਾਰ ਦੇ ਵਿੱਚ ਇਸ ਕਰਕੇ ਉਲਝ ਗਏ, ਆਹ ਕਰਮ ਕਿਵੇਂ ਬਣਿਆ, ਕਿੱਥੋਂ ਚੱਲਿਆ, ਕਿੰਨੇ ਚਲਾਇਆ, ਔਰ ਇਹਨੂੰ ਕਿਵੇਂ ਕਰਵਾਇਆ ਜਾਏ। ਉਹਨਾਂ ਕਰਮ ਕਾਂਡ ਨੂੰ ਫੈਲਾਇਆ, ਉਹਨਾਂ ਭਗਵਾਨ ਨੂੰ ਨਹੀਂ, ਉਹਨਾਂ ਨੇ ਕਰਮ ਕਾਂਡ ਦਾ ਫੈਲਾਵ ਕੀਤਾ। ਤੁਸੀਂ ਆਹ ਕਰਮ ਕਰੋ, ਐਉਂ ਹੋ ਜਾਵੇਗਾ, ਆਹ ਕਰੋ, ਐਉਂ ਹੋ ਜਾਵੇਗਾ। ਭਗਵਾਨ ਦਾ ਭਜਨ ਦਰਸਾਇਆ ਨਾ, ਔਰ ਨਾ ਆਪ ਜਪਿਆ। ਮਹਾਰਾਜ ਸਾਹਿਬ ਕਬੀਰ ਸਾਹਿਬ ਕਹਿੰਦੇ, ਜਿਹੜੇ ਇਹ ਕਰਮ ਕਾਂਡ ਦੱਸਦੇ ਰਹੇ, ਦੂਜਿਆਂ ਨੂੰ ਇਹੋ ਮਾਰਗ ਦੱਸਦੇ ਰਹੇ, ਅੱਜ ਤੁਸੀਂ ਪੂਜਾ ਐਉਂ ਕਰ ਲਓ, ਕੱਲ ਐਉਂ ਕਰ ਲਓ, ਫਿਰ ਇਹਦੀ ਪੂਜਾ ਐਉਂ ਕਰਿਆ ਜੇ, ਆਹ ਕਰਿਆ ਜੇ। ਮਹਾਰਾਜ ਕਹਿੰਦੇ, ਇਸ ਉਲਝਣ ਦੇ ਅੰਦਰ ਜਿਹੜੇ ਆਪ ਉਲਝੇ ਹੋਏ ਸਨ, ਜਿਨ੍ਹਾਂ ਦੀ ਜੀਵਨ ਦੀ ਤਾਣੀ ਆਪਣੀ ਸੁਲਝੀ ਨਹੀਂ ਸੀ, ਜਿਨ੍ਹਾਂ ਨੇ ਇਹਨਾਂ ਨੂੰ ਸਿਆਣੇ ਜਾਤਾ ਨਾ, ਤੇ ਇਹਦੇ ਮੇਨਾਂ ਦੇ ਮੰਗਰ ਲੋਕ ਵਹੀਰਾਂ ਘੱਤ ਕੇ ਤੁਰ ਪਏ, ਪਾਛੇ ਪਰੀ ਬਹੀਰ, ਬਹੀਰ ਦਾ ਅਰਥ ਵਹੀਰਾਂ ਘੱਤ ਕੇ, ਬਹੁਤੇ ਟੋਲੇ ਬਣ ਕੇ ਚੱਲ ਪਏ ਜੀ। ਇਹਨਾਂ ਨੇ ਕਿਹਾ, ਆਹ ਕਰਮ ਕਾਂਡ ਕਰੋ, ਆਹ ਕਰਮ ਕਾਂਡ ਕਰੋ। ਅਸੀਂ ਜਿਹੜਾ ਗੁਰਮਤ ਨੂੰ ਬੜਾ ਘੱਟ ਮੰਨਦੇ ਆਂ, ਕਰਮ ਕਾਂਡਾਂ ਦੇ ਅੰਦਰ ਬੜਾ ਫਸੇ ਹੋਏ ਆਂ। ਸਾਡਾ ਕੰਮ ਹੀ ਕਰਮ ਕਾਂਡਾਂ ਤੇ ਰਹਿ ਗਿਆ, ਹੋਰ ਕੁਝ ਨਹੀਂ। ਅਸੀਂ ਉਹਨਾਂ 'ਚ ਬੜਾ ਉਤਸ਼ਾਹ ਹੈ, ਕਿਉਂਕਿ ਬਾਹਰੋਂ ਕੁਝ ਸਾਨੂੰ ਕਰਮ ਕਾਂਡ ਕੀਤਿਆਂ ਮਿਲਦਾ ਹੈ, ਪਰ ਜੇ ਬੰਦਗੀ ਕਰਦੇ ਹੋ ਦਿਖਾਈ ਨਹੀਂ ਦਿੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕਰਮ ਕਰਤ ਬੱਧੇ ਅਹਮੇਵ। ਕਰਮ ਕਰਦੇ ਹੋਏ ਜਿਹੜੇ ਨੇ ਅਹੰਕਾਰ ਦੇ ਅੰਦਰ, ਹਉਮੈ ਦੇ ਅੰਦਰ ਵੱਧ ਗਏ। ਔਰ ਸੱਚੀ ਸਰਕਾਰ ਕਹਿੰਦੇ ਨੇ, ਤੂੰ ਇਸ ਸੰਸਾਰ ਦੇ ਅੰਦਰ ਆਇਆ, ਇਧਰ ਪਾਛੇ ਪਰੀ ਬਹੀਰ, ਲੋਕ ਬਹੀਰਾਂ ਘੱਤ ਕੇ ਇਹ ਕਰਮ ਕਾਂਡ ਦੇ ਮਗਰ ਤੁਰੇ। ਤੇ ਇਹ ਕਰਮ ਕਾਂਡ ਜਿਹੜਾ ਕਿਸੇ ਨਾ ਕਿਸੇ ਰੂਪ ਵਿੱਚ ਆਇਆ। ਕਦੇ ਇਹਨੇ ਧਰਮ ਦੀ ਦੁਨੀਆ ਅੰਦਰ ਜਾਲ ਪਸਾਰਨ ਦਾ, ਪੈਰ ਪਸਾਰਨ ਦਾ ਯਤਨ ਕੀਤਾ, ਕਦੇ ਲੋਕਾਂ ਦੇ ਅੱਗੇ ਭਰਮ ਬਣ ਕੇ ਆਇਆ। ਜਦੋਂ ਭਰਮ ਬਣਿਆ ਨਾ ਕਰਮ ਕਾਂਡ, ਇਹ ਭਰਮ ਫੈਲਿਆ। ਭਰਮ ਇਹ ਫੈਲਾਇਆ ਗਿਆ ਕਿ ਸੰਸਾਰ ਅੰਦਰ ਮਨੁੱਖ ਦੀ ਜਾਨ ਬਚਾਈ ਸਕਦੀ ਏ, ਜਾ ਸਕਦੀ ਏ, ਮਨੁੱਖ ਦੀ ਉਮਰ ਵਧਾਈ ਜਾ ਸਕਦੀ ਏ, ਹੱਦ ਹੋ ਗਈ। ਫਿਰ ਪਰਮਾਤਮਾ ਦਾ ਤਾਂ ਕੋਈ ਮਤਲਬ ਨਾ ਰਿਹਾ। ਜਿਹੜੇ ਪਰਮਾਤਮਾ ਨੇ ਪ੍ਰਕਿਰਤੀ ਪੈਦਾ ਕੀਤੀ ਆ, ਉਹਦਾ ਤਾਂ ਕੋਈ ਮਤਲਬ ਨਾ ਰਿਹਾ। ਉਹ ਪਰਮਾਤਮਾ ਤਾਂ ਗੁਰਬਾਣੀ ਦੇ ਅੰਦਰ ਕਹਿੰਦੇ, ngਨ ਘਾਲੇ ਦਿਵਸ ਸਾਸ ਨੈ ਵੱਢਨ ਘਟਨ ਤਿਲ ਸਾਰ। ਉਹ ਤਾਂ ਕਹਿੰਦੇ, ਸਜਣਾ, ਜਿਸ ਦਿਨ ਦੁਨੀਆ ਦੇ ਅੰਦਰ ਮਨੁੱਖ ਆਇਆ ਹੈ ਨਾ, ਉਸ ਦਿਨ ਇਹਦੇ ਅੰਦਰ ਪਰਮਾਤਮਾ ਨੇ ਸਵਾਸ ਜਿਹੜੇ ਆ ਨਾ ਗਿਣ ਕੇ ਪਾਏ ਨੇ, ਗਿਣ ਕੇ। ਤੇ ਦੱਸੋ, ਜਿਹੜੀ ਚੀਜ਼ ਨੂੰ ਪਰਮਾਤਮਾ ਗਿਣ ਕੇ ਪਾ ਦੇਵੇ, ਫਿਰ ਪਰਮਾਤਮਾ ਨੇ ਇਹਨੂੰ ਦਿਨ ਵੀ ਗਿਣ ਕੇ ਦਿੱਤੇ। ਐਨੇ ਸਾਲ ਦੇ ਅੰਦਰ 365-66 ਦਿਨ ਹੁੰਦੇ ਨੇ। ਔਰ ਪਿਆਰਿਓ, ਉਹਨਾਂ ਜਿਹੜੇ ਆ ਔਰ ਮਹੀਨਿਆਂ ਦੇ ਅੰਦਰ, ਉਹਨਾਂ ਦਿਨਾਂ ਦੇ ਅੰਦਰ, ਉਹਨਾਂ ਸਾਲਾਂ ਦੇ ਅੰਦਰ, ਉਹ ਸਾਰੀ ਗਿਣਤੀ ਮਿੰਤੀ ਪਰਮਾਤਮਾ ਨੇ ਕਰਕੇ ਔਰ ਇਹਦੇ ਅੰਦਰ ਘਾਲੇ ਪਾ ਦੇਣਾ ਕੀਤੇ।
ਔਰ ਪਰਮਾਤਮਾ ਨੇ ਇਹਦੇ ਅੰਦਰ ਪਾ ਦੇਣਾ ਕੀਤੇ ਕਿ ਇਹਨੇ ਜਿਹੜੇ ਆ ਦਿਨਾਂ ਦੇ ਅੰਦਰ ਇਹਨੇ ਤੂੰ ਜਿਹੜਾ ਹੈ ਔਰ ਭਲਿਆ ਦਿਨਾਂ ਦੇ ਅੰਦਰ ਤੂੰ 3 ਮਹੀਨਿਆਂ ਅੰਦਰ ਤੂੰ 3 ਦਿਨਾਂ ਅੰਦਰ ਤੂੰ 3 ਸਾਲਾਂ ਅੰਦਰ ਤੂੰ 30 ਸਾਲਾਂ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਮੇਰ ਕਰਦੇ ਨੇ ਸਜਣਾ ਤੂੰ ਸੰਸਾਰ ਤੋਂ ਕੂਚ ਕਰ ਜਾਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਬਚਾਉਣ ਦਾ ਕੋਈ ਤਰੀਕਾ ਹੈ? ਕੋਈ ਵੀ ਨਹੀਂ। ਇਹਨਾਂ ਨੇ ਕਰਮ ਕਾਂਡ ਭਰਮ ਫੈਲਾ ਦਿੱਤਾ ਕਿ ਦੁਨੀਆ ਦੇ ਵਿੱਚ ਤੁਸੀਂ ਇੱਕ ਦਿਨ ਵਰਤ ਰੱਖ ਲਓ ਤੇ ਤੁਸੀਂ ਭੁੱਖੇ ਰਹਿ ਕੇ ਜਿਹੜਾ ਹੈ ਔਰ ਕਿਸੇ ਦੀ ਉਮਰ ਵਧਾ ਸਕਨੇ ਹੋ। ਇੱਕ ਦਿਨ ਭੁੱਖਿਆਂ ਰਹਿਣ ਨਾਲ ਜੇ ਬੰਦਾ ਬਚਦਾ ਹੋਵੇ ਤੇ ਪਿਆਰਿਓ ਸਾਰੇ ਜਿੰਨਿਆਂ ਦੇ ਮ੍ਰਿਤੂ ਹੋਣ ਵਾਲੀ ਹੁੰਦੀ ਏ ਉਹ ਤਾਂ ਪਿੰਡ ਕੀ ਏ ਉਹਨਾਂ ਦੀ ਕੁੱਲ ਸਾਰੀ ਜਿਹੜੀ ਭੁੱਖੇ ਰਹਿ ਕੇ ਤੇ ਉਹ ਬੰਦੇ ਨੂੰ ਬਚਾ ਲੈਣਾ। ਔਰ ਉਹ ਭਰਮ ਸਾਡੇ ਸੰਸਾਰ ਵਿੱਚ ਪਿਆ, ਉਸ ਭਰਮ ਨੂੰ ਹੀ ਲੈ ਕੇ ਸੰਸਾਰ ਦੀ ਔਰ ਜਿਹੜੀ ਖਰੀਦੋ ਖਰਾਦੀ ਸੀ ਨਾ ਉਹਦੇ ਉੱਪਰ ਵੀ ਅਸਰ ਪਿਆ। ਉਸੇ ਭਰਮ ਦੇ ਜਾਲ ਵਿੱਚ ਫਸਿਆਂ ਬਾਜ਼ਾਰਾਂ ਵਿੱਚ ਜਾਵੋਗੇ, ਜਿੱਦਣ ਇਹ ਦਿਨ ਹੋਵੇਗਾ ਉਦਣ ਲੋਕ ਜਿਹੜੇ ਆ ਬਾਜ਼ਾਰਾਂ ਦੇ ਵਿੱਚ ਹੋਣਗੇ, ਹਰ ਵਸਤੂ ਦੂਜੇ ਦਿਨਾਂ ਨੂੰ ਮਹਿੰਗੀ ਦਿਖਾਈ ਦੇਵੇਗੀ। ਹੈ ਤਾਂ ਭਰਮ, ਪਰ ਭਰਮ ਦੇ ਮਗਰ ਇਸ ਜਾਲ ਦੇ ਮਗਰ ਪਾਛੇ ਪਰੀ ਬਹੀਰ ਲੋਕਾਂ ਨੇ ਗੁਰਮਤ ਨੂੰ ਨਹੀਂ ਅਪਣਾਇਆ। ਗੁਰਦੁਆਰੇ ਵੀ ਆਉਣੇ ਆ, ਮੰਦਰ ਮਸਜਿਦ ਵੀ ਆਉਣੇ ਆ, ਗੁਰਦੁਆਰੇ ਰਹਿਣੇ ਵੀ, ਗੁਰਦੁਆਰੇ ਆਉਣੇ ਜਾਣੇ ਵੀ, ਪਰ ਬਦਕਿਸਮਤੀ ਇਹ ਹੋਈ ਕਿ ਅਸੀਂ ਵਰਤ ਦਾ ਖਹਿੜਾ ਨਹੀਂ ਛੱਡਿਆ। ਔਰ ਵਰਤ ਦਾ ਖਹਿੜਾ ਨਹੀਂ ਛੱਡਿਆ। ਵਰਤ ਕਿਸੇ ਨਾ ਕਿਸੇ ਰੂਪ ਅੰਦਰ ਅਸੀਂ ਧਰਦੀ ਆ ਰਹੇ ਹਾਂ ਕਿ ਵਰਤ ਰੱਖਣ ਨਾਲ ਪਤੀ ਬਚਦਾ ਹੈ, ਕਿ ਵਰਤ ਰੱਖਣਾ ਕੱਲਾ ਪਤਨੀ ਨੂੰ ਹੀ ਆਇਆ ਹੈ, ਉਹਨੂੰ ਹੀ ਪਤੀ ਦੀ ਲੋੜ ਹੈ, ਪਤੀ ਨੂੰ ਪਤਨੀ ਦੀ ਲੋੜ ਨਹੀਂ ਕਿ ਉਹਦੀ ਪਤਨੀ ਭਾਵੇਂ ਚੜ੍ਹਾਈ ਕਰ ਜਾਏ ਪਤੀ ਨੂੰ ਕੋਈ ਲੋੜ ਨਹੀਂ ਪਿਆਰਿਓ, ਐਸਾ ਨਹੀਂ ਇਹ ਭਰਮ ਪੈ ਗਿਆ ਸੀ। ਮਹਾਰਾਜ ਤਾਂ ਕਹਿੰਦੇ ਭੂਖੇ ਭਗਤ ਨ ਕੀਜੈ, ਇਹ ਮਾਲਾ ਆਪਣੀ ਲੀਜੈ, ਹਉ ਮੰਗੋ ਸੰਤ ਨਰੇਨਾ, ਮੈਂ ਨਾ ਹੀ किसी का देना। महाराज साहब ने अगे जाके क्या माधो कैसी बने तुम संगे, महाराज तेरे नाल किवें बन आवे। ਇਹ ਵਰਤ ਵੁਰਤ ਰੱਖਣ ਦੇ ਨਾਲ ਕੁਝ ਪੱਲੇ ਨਹੀਂ ਜੇ ਕਿਸੇ ਦੇ ਪਿਆ। ਇੱਕ ਮਨੋ ਕਲਪਤ ਘੜਤ ਕਹਾਣੀ ਸੁਣਾਈ ਜਾਂਦੀ ਆ ਕਿ ਲਓ ਜੀ ਕਿਸੇ ਨੇ ਵਰਤ ਨਾ ਰੱਖਿਆ, ਉਹਦਾ ਪਤੀ ਚੜ੍ਹਾਈ ਕਰ ਗਿਆ, ਉਹਦੇ ਸੂਈਆਂ ਗੱਡੀਆਂ ਗਈਆਂ, ਉਹਨੇ ਫੇਰ ਵਰਤ ਰੱਖਿਆ, ਉਹਦਾ ਪਤੀ ਜਿੰਦਾ ਹੋ ਗਿਆ। ਤੇ ਉਹ ਜਿਹੜੀ ਕਹਾਣੀ ਸੁਣਾਉਣ ਵਾਲੀ ਹੁੰਦੀ ਨਾ ਉਹਨੂੰ ਆਖੀ ਵੀ ਤੇਰਾ ਪਤੀ ਬਚਿਆ ਰਹੇਗਾ, ਬਚਾ ਕੇ ਵਿਖਾਵੀਂ ਖਾਂ, ਜਾਂ ਤੂੰ ਬਚੀ ਰਹਿਣਾ। ਕਿ ਵਰਤ ਰੱਖਣ ਵਾਲੀ ਜਿਹੜੀ ਆ ਉਹਨੇ ਬਚੀ ਰਹਿਣਾ, ਫਿਰ ਉਹ ਤਾਂ ਰੱਬ ਹੋ ਗਈ। ਰੱਬ ਦੀ, ਅੱਲਾ ਦੀ, ਖੁਦਾ ਦੀ, ਰਾਮ ਦੀ, ਭਗਵਾਨ ਦੀ ਤਾਂ ਕੋਈ ਅਹਿਮੀਅਤ ਹੀ ਨਾ ਰਹੀ। ਮਹਾਰਾਜ ਕਹਿੰਦੇ ਭਰਮ ਜਾਲ ਫਸਾਰਿਆ ਤੇ ਜਿਹੜੀ ਗੁਰਸਿੱਖਾਂ ਦੇ ਲਈ ਮਨ ਮਤ ਹੈ, ਇਹ ਗੁਰਸਿੱਖਾਂ ਦੇ ਘਰੇ ਵਾਪਰ ਰਿਹਾ ਜੇ। ਇਹ ਸਾਡੇ ਘਰਾਂ ਦੇ ਅੰਦਰ ਔਰ ਜਿਹੜੀਆਂ ਬਹੁ ਬੇਟੀਆਂ ਅੱਗੇ ਨੂੰ ਇਹ ਪ੍ਰਣਾਲੀ ਚੱਲੀ ਹੋਈ ਹੈ, ਇਹਦੇ ਤੇ ਧੜਾ ਧੜ ਕੰਮ ਚੱਲ ਰਿਹਾ ਹੈ। ਮਹਾਰਾਜ ਸਾਹਿਬ ਕਹਿੰਦੀ ਸਜਣਾ ਇਹ ਉਹ ਪੰਡਤ ਦਾ ਪਸਾਰਿਆ ਹੋਇਆ ਜਾਲ ਤੇ ਉਹਦੇ ਵਿੱਚ ਜਕੜੇ ਹੋਏ ਜੀਵ, ਉਹਦੀ ਗੱਲ ਨੂੰ ਤਾਂ ਅਸੀਂ ਭਰਮ ਨੂੰ ਮੰਨ ਲਿਆ। ਤੇ ਰੱਬ ਨੇ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਗੁਰੂ ਪੰਥ ਨੇ, ਗੁਰੂ ਸਾਹਿਬਾਨ ਨੇ ਗੱਲ ਕਹੀ ਸੀ ਕਿ ਬੰਦਗੀ ਕਰੀ ਔਰ ਸਜਣਾ ਰੱਬ ਨੂੰ ਧਿਆਵੀਂ ਔਰ ਉਹਦੇ ਨਾਲ ਜੁੜ ਜਾਵੀਂ। ਉਹਨੂੰ ਤਾਂ ਅਪਣਾਇਆ ਨਹੀਂ, ਫਿਰ ਦੱਸੋ ਅਸੀਂ ਸਿੱਖਾਂ? ਜਦੋਂ ਇਹੋ ਜਿਹੇ ਕੰਮ ਕਰਾਂਗੇ, ਗੁਰੂ ਤਾਂ ਸਾਡਾ ਕਹਿੰਦਾ ਹੈ ਨਹੀਂ ਕਰਨਾ, ਤੇ ਅਸੀਂ ਕਰਦੇ ਕਿਹੜੇ ਪਾਸੋਂ? ਅਸੀਂ ਸਿੱਖਾਂ। ਅਸੀਂ ਤਾਂ ਪੰਡਤ ਦੇ ਸਿੱਖ ਹੋ ਸਕਦੇ ਹਾਂ, ਗੁਰੂ ਦੇ ਸਿੱਖ ਨਹੀਂ ਹੋ ਸਕਦੇ। ਆ ਵਰਤ ਸ਼ਰਤ ਜਿਹੜੀ ਰੱਖਦੇ, ਮੈਂ ਉਹਨਾਂ ਦੀ ਗੱਲ ਕਰਦਾ। ਔਰ ਕੋਈ ਰੱਖੇ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ। ਜਿਹੜਾ ਸਿੱਖ ਧਰਮ ਨਾਲ ਸੰਬੰਧ ਰੱਖਦਾ ਹੈ ਔਰ ਉਹਦੇ ਵਾਸਤੇ ਆ, ਉਹ ਮੇਰੀ ਤਰ੍ਹਾਂ ਗੱਲਾਂ ਤਾਂ ਜਿੰਨੀਆਂ ਮਰਜ਼ੀ ਕਰੀ ਜਾਵੇ। ਕਈ ਵਾਰ ਮੇਰੇ ਵਰਗਾ ਇੱਥੇ ਕਥਾ ਸੁਣਾਉਂਦਾ ਹੁੰਦਾ ਹੈ, ਘਰੇ ਪਤਨੀ ਵਰਤ ਦੀ ਤਿਆਰੀ ਕਰਕੇ ਬੈਠੀ ਹੁੰਦੀ
ਔਰ ਕਈ ਵਾਰ ਮੇਰੇ ਵਰਗਾ ਗੁਰਦੁਆਰੇ ਆ ਕੇ ਮੁੱਛਾਂ ਨੂੰ ਤਾ ਦੇ ਕੇ ਗੱਲ ਪਿਆ ਕਰਦਾ ਹੁੰਦਾ ਹੈ। ਗੁਰਮਤ ਆ ਕਹਿੰਦੀ ਘਰੇ ਪਤਨੀ ਰਾਤ ਨੂੰ ਛਾਨਣੀ ਧੋ ਕੇ ਬੈਠੀ ਹੁੰਦੀ, ਇਹਦਾ ਮੈਂ ਮੂੰਹ ਵੇਖਣਾ। ਹੱਦ ਹੋ ਗਈ। ਇਹ ਕਿਤੇ ਕਿਹੜੀ ਗੁਰਮਤ ਆ? ਅਸੀਂ ਮਨਮਤ ਨੂੰ ਵਧੌਤੀ ਦਿੱਤੀ ਆ। ਸਾਡੇ ਘਰਾਂ 'ਚ ਅਸੀਂ ਆਪਣੀਆਂ ਧੀਆਂ ਨੂੰ ਸਮਝਾ ਨਹੀਂ ਸਕੇ, ਅਸੀਂ ਆਪਣੀਆਂ ਬਹੂ ਬੇਟੀਆਂ ਨੂੰ ਸਮਝਾ ਨਹੀਂ ਸਕੇ, ਆਪਣੀ ਪਤਨੀ ਨੂੰ ਸਮਝਾ ਨਹੀਂ ਸਕੇ। ਔਰ ਜਿਹੜੀਆਂ ਮਾਵਾਂ ਨੇ ਇਹ ਗੱਲ ਸਮਝਾਉਣੀ ਸੀ ਨਾ, ਮੈਂ ਤੁਹਾਨੂੰ ਵਾਅਦੇ ਨਾਲ ਕਹਿਣਾ ਹੈ ਕਿ ਸਜਣੋ, ਇਹਦੇ ਨਾਲ ਕੁੱਖ ਨਹੀਂ ਜੇ ਹੁੰਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਵਿੱਚ ਬੈਠ ਕੇ ਮੈਂ ਜਿਉਂ ਸੁਰਤ ਸੰਭਾਲੀ ਆ ਨਾ, ਮੈਨੂੰ ਕਿਸੇ ਦਾ ਨਹੀਂ ਪਤਾ। ਮੇਰੀ ਮਾਂ ਨੇ ਕਦੇ ਕੋਈ ਵਰਤ ਨਹੀਂ ਰੱਖਿਆ, ਤੇ ਕਿਸੇ ਨੂੰ ਇੱਕ ਦੌਰਾ ਪੈ ਜਾਵੇ ਨਾ ਤੇ ਉਹ ਬੰਦਾ ਮੰਜੇ ਤੋਂ ਉੱਠਦਾ ਨਹੀਂ। ਮੇਰੇ ਬਜ਼ੁਰਗ ਨੂੰ 3 ਦੌਰੇ ਅਧਰੰਗ ਦੇ ਪੈ ਗਏ ਤੇ ਉਹ ਮਹਾਰਾਜ ਸਾਹਿਬ ਦੀ ਕਿਰਪਾ ਨਾਲ ਹਰੀ ਕਹਿ ਮੈਂ ਤੁਰਿਆ ਫਿਰਦਾ। ਉਹ ਤੁਰਿਆ ਫਿਰਦਾ। ਮੇਰੀ ਮਾਂ ਨੇ ਕਦੇ ਵਰਤ ਨਹੀਂ ਰੱਖਿਆ ਤੇ ਸਤਿਗੁਰੂ ਨੇ ਕਿਰਪਾ ਕੀਤੀ, ਔਰ ਨਾ ਹੀ ਅਸੀਂ ਕਦੇ ਇਸ ਚੱਕਰ ਵਿੱਚ ਪਏ। ਸਾਡੀ ਦੁਨੀਆ ਜਿਹੜੀ ਆ, ਕੀ ਮੇਰੇ ਬਾਪੂ ਮਰ ਗਏ, ਕੀ ਮੇਰਾ ਦਾਦਾ ਨਹੀਂ ਸੀ ਗਿਆ, ਕੀ ਮੇਰੇ ਬਾਪ ਨੇ ਨਹੀਂ ਜਾਣਾ, ਇਹ ਨਹੀਂ ਪਤਾ। ਮੇਰੇ ਬਾਪ ਤੋਂ ਪਹਿਲਾਂ ਮੇਰੀ ਵਾਰੀ ਆ ਜਾਵੇ, ਔਰ ਇਹ ਐਸਾ ਕੋਈ ਕਿਸੇ ਦੇ ਹੱਥ ਵਿੱਚ ਨਹੀਂ ਬੱਧਾ ਹੋਇਆ। ਮਹਾਰਾਜ ਸਾਹਿਬ ਕਹਿੰਦੇ ਇਹਦੇ ਨਾਲ ਤੂੰ ਜਿਹੜਾ ਹੈ ਪਖੰਡ ਨੂੰ ਵਧਾਵਾ ਦੇਣਾ ਹੈ। ਸਜਣਾ, ਪਖੰਡ ਨੂੰ ਵਧਾਵਾ ਦੇਣ ਵਾਲਿਆ, ਆਪਨੜੇ ਗਿਰੀਵਾਨ ਮੈਂ ਸਿਰ ਨੀਵਾ ਕਰ ਦੇ। ਸਾਡਾ ਮਤਲਬ ਹੈ ਸਾਡੀ ਸਿੱਖੀ ਖੜੀ ਆ ਕਿ ਸਾਨੂੰ ਕੁਝ ਜਿੱਧਰੋਂ ਮਿਲੇ ਤੇ ਅਸੀਂ ਉਹਦੇ ਸਿੱਖ ਹੋ ਜਾਣੇ ਆ। ਅਸੀਂ ਬਹੁਤਾਤ ਅੰਦਰ ਮੈਨੂੰ ਖਿਮਾ ਕਰਨਾ, ਪੰਡਤ ਦੇ ਸਿੱਖ ਹਾਂ, ਗੁਰੂ ਦੇ ਸਿੱਖ ਨਹੀਂ। ਘਰਾਂ ਦੇ ਅੰਦਰ ਸਿੱਖੀ ਨਹੀਂ ਸਿੱਖੀ ਉਹਨਾਂ ਘਰਾਂ 'ਚ ਗੁਰਮਖੋ ਜਿਨ੍ਹਾਂ ਨੇ ਐਸੇ ਪਖੰਡ ਨੂੰ ਦੂਰ ਕੀਤਾ। ਔਰ ਘਰਾਂ ਸਾਡਿਆਂ ਦੀ ਹਾਲਤ ਬਹੁਤ ਵਿਗੜ ਚੁੱਕੀ ਆ। ਅਸੀਂ ਪਹਿਲਾਂ ਘਰਾਂ ਨੂੰ ਸੁਧਾਰੀਏ, ਪਰਿਵਾਰਾਂ ਨੂੰ ਸੁਧਾਰੀਏ। ਇਹੋ ਜਿਹਾ ਪਖੰਡ ਜਿਹੜਾ ਹੈ ਵਰਤਾਂ ਸ਼ਰਤਾਂ ਵਾਲਾ ਬਾਹਰ ਕੱਢੀਏ ਘਰਾਂ ਚੋਂ। ਜੇ ਗੁਰਸਿੱਖ ਕਹਾਉਨੇ ਆ ਤਾਂ ਇਹ ਮਨਮਤ ਤੋਂ ਕੋਹਾਂ ਦੂਰ ਹੋਈਏ। ਕਿਸੇ ਧਰਮ ਦੀ ਕੋਈ ਮਰਜ਼ਾਦਾ ਹੋ ਸਕਦੀ, ਸਾਨੂੰ ਉਹਦੇ ਤੇ ਕੋਈ ਗਿਲਾ ਨਹੀਂ, ਕੋਈ ਰੱਖੇ, ਪਰ ਸਿੱਖ ਧਰਮ ਦਾ ਇਹ ਅਸੂਲ ਨਹੀਂ ਕਿ ਉਹ ਵਰਤ ਸ਼ਰਤ ਰੱਖੇ। ਔਰ ਉਹ ਸਿੱਖ ਦਾ ਵਰਤੇ ਝੂਠ ਨਹੀਂ ਬੋਲਣਾ, ਸਿੱਖ ਦਾ ਵਰਤੇ ਨਿੰਦਾ ਨਹੀਂ ਸੁਣਨੀ, ਨਿੰਦਾ ਨਹੀਂ ਕਰਨੀ। ਔਰ ਉਹ ਤਾਂ ਅਸੀਂ ਰੱਖਿਆ ਨਹੀਂ। ਸਿੱਖ ਦੀਆਂ ਅੱਖਾਂ ਦਾ ਵਰਤੇ ਉਹਨੇ ਮਾੜਾ ਤੱਕਣਾ ਨਹੀਂ, ਜ਼ਬਾਨ ਦਾ ਵਰਤੇ ਮਾੜਾ ਬੋਲਣਾ ਨਹੀਂ, ਕੰਨਾਂ ਦਾ ਵਰਤੇ ਮਾੜਾ ਕਰਨਾ ਨਹੀਂ, ਹੱਥਾਂ ਦਾ ਵਰਤੇ ਇਹਦੇ ਨਾਲ ਹੱਥਾਂ ਨਾਲ ਮਾੜਾ ਚੋਰੀ ਕਰਨੀ ਨਹੀਂ, ਮਾੜਾ ਲਿਖਣਾ ਨਹੀਂ, ਕਦਮਾਂ ਦਾ ਵਰਤੇ ਕੁਝ ਸੰਗਤ ਦੇ ਵਿੱਚ ਮਾੜੇ ਪਾਸੇ ਚੱਲ ਕੇ ਨਹੀਂ ਜਾਣਾ। ਇਹ ਤਾਂ ਅਸੀਂ ਕੀਤਾ ਨਹੀਂ। ਹੱਕ ਹਲਾਲ ਦੀ ਕਮਾਈ ਨਹੀਂ ਕੀਤੀ। ਆ ਬਾਹਰ ਦੇ ਵਰਤ ਰੱਖ ਕੇ ਨਾ ਦੁਹਾਈ ਰੱਬ ਦੀ ਕਿਸੇ ਨੂੰ ਮਿਲਿਆ ਜੇ ਤੇ ਨਾ ਕਿਸੇ ਨੂੰ ਮਿਲਣਾ ਜੇ। ਇਹ ਗੁਰੂ ਕਿਰਪਾ ਕਰੇ। ਇਹ ਸਿੱਖ ਧਰਮ ਦੇ ਜਿਹੜੇ ਕਹਾਉਣ ਵਾਲੇ ਆ ਨਾ, ਉਹਨਾਂ ਲਈ ਇੱਕ ਖਾਸ ਸੁਝਾਅ ਜੇ। ਉਹ ਖਾਸ ਕਰਕੇ ਸਮਝਿਆ ਜੇ ਅਸੀਂ ਪੰਡਤ ਦੇ ਸਿੱਖ ਨਾ ਬਣੀਏ, ਅਸੀਂ ਪਖੰਡ ਦੇ ਸਿੱਖ ਨਾ ਬਣੀਏ, ਅਸੀਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਅਪਣਾਈਏ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿੱਖ ਬਣ ਜਾਈਏ। ਗੱਲਾਂ ਤਾਂ ਬਹੁਤ ਕਰਦੇ ਆ, ਪਰ ਜਿੱਦਣ ਆ ਦਿਨ ਆਉਂਦੇ ਆ ਉਦਣ ਸਾਡੇ ਘਰਾਂ ਦੀ ਹਾਲਤ ਆਪ ਵੇਖਿਆ ਜੇ। ਆਪਣੇ ਅੰਦਰ ਆਪ ਝਾਤੀ ਮਾਰਿਆ ਜੇ ਕਿ ਇਹ ਸੱਚੀ ਮੁੱਚੀ ਅਸੀਂ ਸਿੱਖਾਂ ਕਿ ਅਸਿੱਖਾਂ, ਅਸੀਂ ਗੁਰੂ ਦੇ ਸਿੱਖਾਂ ਕਿ ਆ ਪੰਡਤ ਦਾ ਫੈਲਾਇਆ ਹੋਇਆ ਜਿਹੜਾ ਭਰਮ ਹੈ ਅਸੀਂ ਉਹਦੇ ਮੁਤਲਕ ਜੀਵਨ ਜਿਉਣੇ ਆ। ਘਰਾਂ ਅੰਦਰ ਸਾਡੀਆਂ ਬੇਟੀਆਂ ਨੇ ਔਰ ਬੱਚੀਆਂ ਨੇ, ਨੌ ਰਾਣੀਆਂ ਨੇ, ਪਤਨੀ ਨੇ ਘਰੇ ਵਰਤ ਰੱਖੇ ਹੁੰਦੇ, ਕਿਹੜੀ ਸਿੱਖੀ ਦੀ ਗੱਲ ਕਰਦੇ ਆ? ਇਹ ਮਹਾਰਾਜ ਕਬੀਰ ਸਾਹਿਬ ਕਹਿੰਦੇ ਪਾਛੇ ਪਰੀ ਬਹੀਰ। ਮਹਾਰਾਜ ਕਹਿੰਦੇ ਪੰਡਤ ਦੀ ਦਰਸਾਈ ਹੋਈ ਮਰਜ਼ਾਦਾ ਤੇ ਉਹ ਫੈਲਾਏ ਹੋਏ ਪਖੰਡ ਤੇ ਚੱਲੇ। ਤੇ ਮਹਾਰਾਜ ਕਬੀਰ ਸਾਹਿਬ ਕਹਿੰਦੇ ਜੇ ਮਾਰਗ ਪੰਡਤ ਗਏ ਪਾਛੇ ਪਰੀ ਬਹੀਰ, ਲੋਕ ਵਿਹੀਰਾ ਘੱਟ ਕੇ ਉਹਦੇ ਫੈਲਾਏ ਹੋਏ ਪਖੰਡ ਨੂੰ ਜਿਹੜਾ ਅਪਣਾਉਣ ਲੱਗ ਪਏ, ਗੁਰਮਤਿ ਨੂੰ ਨਾ ਅਪਣਾਇਆ। ਮਹਾਰਾਜ ਸੱਚੀ ਸਰਕਾਰ ਕਹਿੰਦੇ ਇੱਕ ਅਵਕਟ ਘਾਟੀ ਰਾਮ ਕੀ ਰੱਬ ਨੂੰ ਮਿਲਣਾ ਔਖਾ, ਬੜੀ ਔਖਿਆਲੀ ਘਾਟੀ। ਇਹ ਵਹਿਮ ਭਰਮ ਪਖੰਡ ਛੱਡਨੇ ਪੈਂਦੇ ਨੇ ਤੇ ਪਖੰਡ ਕਰਮ ਜਿਹੜੇ ਨੇ ਅੱਗੇ ਨਹੀਂ ਜਾਂਦੇ। ਇਹ ਦਿਖਾਵਾ ਹੈ ਤੇ ਦਿਖਾਵਾ ਕਦੇ ਜ਼ਿੰਦਗੀ 'ਚ ਲਾਗੂ ਨਹੀਂ ਹੁੰਦਾ। ਮਹਾਰਾਜ ਨੇ ਬਚਨ ਕੀਤੇ ਕਰਮ ਧਰਮ ਪਾਖੰਡ ਜੋ ਦਿਸੈ
तिन जम जा गाती लूटै, निर्वाण कीर्तन गावो करते का। ओदा कीर्तन गा, एक निमक मात्र सिमरन करेगा ते तेरा छुटकारा हो जाएगा। इन्हां पखंडां नाल नहीं होना। जे भुखे रहन दे नाल, रोटी ना खाण दे नाल, वैसे तां जिहड़ा वर्त शर्त रखदियां ना बीबियां, मैनूं बख्श दे आ जे, क्योंकि गुरमत दा सिद्धांत ही सानूं कहना पैंदा है। और पहला तड़के चूरी खा लई, जेड़ी थिंदे दे नाल घिओ वाली चूरी खा लवे ते सारी दिहाड़ी थिंदे वाली रोटी छेती हजम नहीं हुंदी, सारी दिहाड़ी भुख ही नहीं लगदी। ते मैं कल बाजार विच गया, उत्थे वेखिया हलवाइयां ने वखरियां जेड़ियां मिठियां मठियां ते होर फैनियां जिहां ते होर कई चीजां कढ के रखियां होइयां। उन्होंने मैं पुछया बई आ की आ? वो कहता जी ये वर्त दा समान है, वड्डे वड्डे रूठ जे भी पका के रखे ने, ये जी आटे च नहीं आउंदे। मैं कहा कि काम आउंदे आ, वो जिन्हें वर्त रखिया होवे खा लवे। मैं कहा कमाल हो गई, इन्नियां चीजां तां बंदा चंगा भला नहीं खांदा, अजे वर्त आ। और एक रोट जेड़ा है ना, एक परौंठा जिहा कम से कम ओदा ज्यादा नहीं ते 200 ग्राम वजन होवेगा। 200 ग्राम जिन्ने 200 ग्राम वो खा लिया, पाइया चूरी खा लई, हद हो गई। दूजे दिनां नूं तां ज्यादा खा लिया, अजे वर्त आ, वर्त ना हुंदा ते पता नहीं की कुछ हुंदा। और महाराज कृपा करे, एक ये तुसी आपदे धन नूं जेड़ा बर्बाद करदे पए हो। एक होर भरम बनया, आप माइयां बीबियां ने उधर फिर सूट जेड़े नवां सवाउणा है, और जेड़ा 1000-1200 ਨੂੰ ਤੀਲੀ ਲਾਉਣੀ है, सूट ਉਹ ਸਵਾ ਲਿਆ करो। आ भरम दे चक्कर च ना पिया करो, खा पी ओ लिया करो, और वहम भरम च ना पिया करो। इन्हां वहमां भरमां ने ना अज तक किसी दे पल्ले कुछ पाया जे। मैं सिख धर्म की गल करदा, दूजे दा सानू कोई मतलब नहीं, किसी दा कोई कर्म धर्म हो सकदा, कोई मनावे कोई करे, सानू उहदे नाल कोई मतलब नहीं। पर जेड़े सिख अखवाउण वाले, गुरु दी हदूद अंदर आउण वाले, उन्हां लई खास करके उन्हां नूं वहम भरम नहीं चाहिए। महाराज साहब कहंदे, कर्म धर्म पाखंड जो दिसै, तिन जम जा गाती लूटै। और जेड़ा जमा ने रस्ते विच लुट लैना है, ये दिखावा ना कर। और प्यारिओ, और अंदरों तां जेड़ी कड़वाहट भरी हुई आ, ते जिदन ये दिन आया उस दिन और कपड़े पा लए, चेहरा देख लिया, ऊं तां पति नूं अंदरों भावें गालां कढदी होवे, तेरा बह दे बेड़ा ते नपुत्तियां दिया, तू मर दे, तेनू चुक ले रब किते, तेरा बह दे बेड़ा पता नहीं की को दिया। ते जिदन ये आया ते जे किते कुछ ना लिया के दिता ते इथों तक भी नौबत आ जांदी, तेरा ही सियापा कीता सी, मैं किहड़ा खर्चा आपदे लई कीता सी। महाराज कृपा करे इहो जे सियापे ना करिए। महाराज अगे अरदास करो, बाणी पढ़ो, गुरु ते ईमान लियाओ, गुरु दे चरणां विच आओ, और बाणी पढ़ के और किसी लिए नहीं ते अपने परिवार लिए अरदास कर लिया करो। अपने परिवार लिए वो बाणी ने आधार बनना जे, बाणी ने जीवन पार करना जे, बेड़ा पार करना जे। फिर बाणी पढ़ के गुरमत दे धारनी होके सेवा ते सिमरन करके और आप बाणी पढ़ो, तुहाडे वाले देख के बच्चे भी बाणी नूं लगणगे। आप गुरु घर आउणे हो जिन्ने तुसीं, ओ बच्चे भी गुरु घर वाल नूं आंदे ने। ते जदों आप ये वहम भरम विच पए होए ना, ये पखंड घरां च आ गया, जीवन च उतर आया, सच जाणिया जे बच्चे बच्चियां ने भी पखंड करन लग पैणा, उन्होंने भी ऑटोमैटिक ये जिहड़ा अपना लेना इस और परपाटी नूं। महाराज साहब कहंदे, जेड़े मार्ग पंडित तुरे वो अगे तुरे दस दे आए, आ कर्म कर लो, आ कर लो, और तुसी दान दक्षिणा तां दिया जे, पहला साडे कोलों कहानी सुन आया जे, फिर असी तानू मुड़ मुड़ के सिओ केले। मैं कहना इन्ने इकट्ठे हो जाते होने, परत के रेहड़ी वाले नाल गल करनी पैंदी होनी, बई किन्ने च लएगा, अध मुल च ही लै लै, इन्ने खाधे तां जांदे नहीं। महाराज साहब कहंदे ने कि सजनों पाछे परी बहीर लोक बहीरां घत के तुर पए। अज दा दिन है ना, तुहानू भाइयां बीबियां नू ज्यादा पता होएगा, शायद अज ही है वो दिन। और अज दे दिन अंदर और देखियो गुर सिक्खी गुर मर्यादा वाले घरां अंदर बीबियां भैणां धीआं जिहड़ियां ने बहुत घट गिनती च होणगीआं।
ਔਰ ਜਿਨ੍ਹਾਂ ਇਸ ਪਖੰਡ ਇਸ ਵਹੀਰ ਦਾ ਹਿੱਸਾ ਨਾ ਬਣੀਆਂ ਹੋਣ, ਨਹੀਂ ਤੇ ਬਹੁਤ ਤਾਦ ਅੰਦਰ ਗਿਣਤੀ ਆਦ ਗੁਰਸਿੱਖਾਂ ਦੇ ਘਰਾਂ ਦੀ ਹਾਲਤ ਵੀ ਇਹੋ ਜਿਹੀ ਹੋ ਗਈ ਏ। ਉਹਨਾਂ ਦੀਆਂ ਧੀਆਂ, ਉਹਨਾਂ ਦੀਆਂ ਨੂੰਹਾਂ, ਉਹਨਾਂ ਦੀਆਂ ਔਰ ਬੀਬੀਆਂ ਘਰ ਵਾਲੀਆਂ ਜਿਹੜੀਆਂ ਨੇ ਉਹ ਵੀ ਇਸ ਵਹੀਰ ਦਾ ਹਿੱਸਾ ਬਣ ਗਈਆਂ। ਮਹਾਰਾਜ ਕਬੀਰ ਸਾਹਿਬ ਕਹਿੰਦੇ, ਸਿੱਖੀ ਕਮਾਉਣ ਵਾਲਿਆ, ਰੱਬ ਨੂੰ ਧਿਆਉਣ ਵਾਲਿਆ, ਰੱਬ ਦੇ ਮਾਰਗ ਤੇ ਚੱਲਣ ਵਾਲਿਆ, ਜੇ ਤੂੰ ਗੁਰੂ ਦਾ ਸਿੱਖ ਹੈ ਫਿਰ ਗੁਰੂ ਦਾ ਬਣ, ਗੁਰੂ ਦੀ ਦਸੀ ਮਰਜ਼ਾਦਾ ਤੇ ਚੱਲ। ਸਜਣਾ, ਖਾਨਾ ਤਾਂ ਗੁਰੂ ਘਰ ਦਾ ਹੈ, ਖਾਨਾ ਤਾਂ ਗੁਰੂ ਦਾ ਦਿੱਤਾ ਹੈ, ਤੇ ਮੰਨਦਾ ਕਿਸੇ ਪੰਡਤ ਦੇ ਕਰਮ ਕਾਂਡ ਨੂੰ ਪਿਆ। ਤੇਰੇ ਤੇ ਗੁਰੂ ਪ੍ਰਸੰਨ ਕਿਵੇਂ ਹੋਵੇਗਾ? ਤੇਰੀ ਚੜ੍ਹਦੀ ਕਲਾ ਕਿਵੇਂ ਹੋਵੇਗੀ? ਕਦੇ ਤੇਰੀ ਚੜ੍ਹਦੀ ਕਲਾ ਨਹੀਂ ਹੋਣੀ। ਕਿਸੇ ਦੇ ਧਰਮ ਨਾਲ ਸਾਨੂੰ ਕੋਈ ਮਤਲਬ ਨਹੀਂ, ਸਾਨੂੰ ਗੁਰਸਿੱਖੀ ਦੇ ਨਾਲ, ਗੁਰਸਿੱਖ ਤੇ ਔਰ ਉਹਦੀ ਵਰਦਗੀ ਤਾਂ ਹੋਣੀ ਜੇ ਉਹਦਾ ਗੁਰੂ ਪ੍ਰਸੰਨ ਹੋਇਆ। ਉਹਦਾ ਗੁਰੂ ਪ੍ਰਸੰਨ ਤਾਂ ਆ ਕਿ ਪਿਆਰਿਓ, ਜੇ ਉਹ ਪਖੰਡ ਤੋਂ, ਵਹਿਮ ਤੋਂ ਬਚਿਆ ਹੋਇਆ। ਮਹਾਰਾਜ ਕਬੀਰ ਸਾਹਿਬ ਕਹਿੰਦੇ, ਪਾਛੇ ਪਰੀ ਬਹੀਰ, ਵਹੀਰਾ ਘੱਤ ਕੇ ਲੋਕ ਉਸ ਪਾਏ ਹੋਏ ਉਹਦੇ ਪੂਰਨਿਆਂ ਤੇ ਚੱਲ ਪਏ, ਕਹੇ ਹੋਏ ਬਚਨਾਂ ਤੇ ਚੱਲ ਪਏ, ਕਹੀ ਹੋਈ ਗੱਲ ਤੇ ਚੱਲ ਪਏ। ਮਹਾਰਾਜ ਕਬੀਰ ਸਾਹਿਬ ਕਹਿੰਦੇ, ਅਵਕਟ ਘਾਟੀ ਰਾਮ ਕੀ ਆਖਣ ਔਖਾ, ਸਾਚਾ ਨਾਉ ਕੌਣ ਨਾਮ ਜਪੇ, ਕੌਣ ਗੁਟਕਾ ਲੈ ਕੇ ਜਪਜੀ ਪੜੇ, ਕੌਣ ਸੁਖਮਨੀ ਦਾ ਪਾਠ ਕਰੇ। ਮਹਾਰਾਜ ਸਾਹਿਬ ਕਹਿੰਦੇ, ਆਂਦੇ ਔਖਾ ਆ ਜਿਹੜਾ ਇਹ ਵਰਤ ਰੱਖਣਿਆ, ਚੁੱਪ ਕਰਕੇ ਬਹਿ ਰਵਾਂਗੇ, ਕਿਹੜਾ ਇਸ ਦਿਨ ਕੰਮ ਕਰਨਾ ਹੈ। ਤੇ ਨਾਲੇ ਤੜਕੇ ਕੁਝ ਖਾ ਲਿਆ, ਫੇਰ ਕੁਝ ਖਾ ਲਿਆ, ਖਾਦੀ ਹੀ ਜਾਣਾ ਕੁਝ ਨਾ ਕੁਝ। ਇੱਕ ਰੋਟੀ ਆਟੇ ਦੀ ਨਹੀਂ ਖਾਣੀ, ਹੋਰ ਤਾਂ ਜੋ ਮਰਜ਼ੀ ਖਾਦੀ ਜਾਵੇ। ਮਹਾਰਾਜ ਸਾਹਿਬ ਮਿਹਰ ਕਰਦੇ ਨੇ, ਕਹਿੰਦੇ ਇਹ ਜਿਹੜੀ ਔਖੀ ਘਾਟੀ ਸੀ ਨਾ, ਗੁਰਸਿੱਖ ਭਗਤ ਰੱਬ ਦੇ ਪਿਆਰੇ ਜਿਹੜੇ ਨੇ, ਮਹਾਰਾਜ ਕਬੀਰ ਸਾਹਿਬ ਕਹਿੰਦੇ ਨੇ, ਇੱਕ ਅਵਕਟ ਘਾਟੀ ਰਾਮ ਕੀ, ਰਾਮ ਰਾਮ ਜਪਣਾ, ਭਗਵਾਨ ਨੂੰ ਮਿਲਣਾ ਤੇ ਚੜ ਰਿਓ ਕਬੀਰ। ਕਹਿੰਦੇ ਕਬੀਰ ਕਹਿੰਦਾ ਇਹ ਵਰਤ ਸ਼ਰਤ ਨਹੀਂ, ਇਹ ਪੰਡਤ ਦੀ ਦਸੀ ਮਰਜ਼ਾਦਾ ਤੇ ਨਹੀਂ। ਕਹਿਣ ਲੱਗੇ, ਮੈਂ ਤੁਰਿਆ ਆ ਰੱਬ ਨੂੰ ਪਾਉਣ ਵਾਸਤੇ, ਤੇ ਰੱਬ ਵਾਲੀ ਘਾਟੀ ਨੂੰ ਪਾਉਣ ਵਾਸਤੇ ਤੁਰਿਆ ਤੇ ਰੱਬ ਨੂੰ ਪਾਇਆ ਔਰ ਰੱਬ ਤੱਕ ਪਹੁੰਚਣਾ ਕੀਤਾ। ਰੱਬ ਨੇ ਕਿਰਪਾ ਕਰਨੀ ਹੈ ਔਰ ਨਾ ਕਿਸੇ ਵਰਤ ਨੇ, ਨਾ ਕਿਸੇ ਵੀ ਔਰ ਸੰਸਾਰ ਦੇ ਜੀਵ ਨੇ, ਨਾ ਕੋਈ ਤਿਲ ਮਾਤਰ ਜਿਹੜੀ ਆਦੂ ਵਧਾ ਸਕਦਾ ਜੇ, ਨਾ ਆਏ ਦੁੱਖ ਨੂੰ ਕੋਈ ਟਾਲ ਸਕਦਾ ਜੇ, ਨਾ ਕੋਈ ਸੁੱਖ ਦੇ ਸਕਦਾ ਜੇ। ਔਰ ਸੁੱਖਾਂ ਦਾ ਦਾਤਾ ਪਰਮਾਤਮਾ ਹੈ ਤੇ ਦੁੱਖ ਵੀ ਉਹਦੇ ਤੋਂ ਹੀ ਆਉਂਦੇ। ਜਿਨਨੇ ਦੁੱਖ ਦਿੱਤਾ ਹੈ ਉਹੀ ਕੱਟ ਸਕਦਾ ਹੈ, ਦੂਜਾ ਕੋਈ ਨਹੀਂ। ਮਹਾਰਾਜ ਸਾਹਿਬ ਮਿਹਰ ਕਰਦੇ, ਸੁਖ ਦਾਤਾ ਭੈ ਭੰਜਨੋ ਔਰ ਤਿਸੇ ਆਗੇ ਕਰ ਅਰਦਾਸ। ਉਹਦੇ ਚਰਨਾਂ 'ਚ ਅਰਦਾਸ ਕਰ ਤੇ ਉਹਦੇ ਨਾਮ ਨੂੰ ਸੁਣੀ, ਨਾਨਕ ਭਗਤਾ ਸਦਾ ਵਿਗਾਸ। ਸੁਣਿਆ ਦੁੱਖ ਪਾਪ ਕਾ ਨਾਸ। ਨਹੀਂ ਤੇ ਮਹਾਰਾਜ ਕਹਿ ਦਿੰਦੇ ਵੀ ਵਰਤ ਰੱਖ ਲਈ, ਪਾਪਾਂ ਦਾ ਨਾਸ਼ ਹੋ ਜਾਏਗਾ। ਮਹਾਰਾਜ ਨੇ ਇਹ ਨਹੀਂ ਕਿਹਾ। ਸੱਚੀ ਸਰਕਾਰ ਕਹਿੰਦੇ ਨੇ, ਉਹ ਘਾਟੀ ਕਬੀਰ ਨੇ ਚੜ੍ਹਨਾ ਕੀਤਾ, ਜਿਹੜੀ ਘਾਟੀ ਤੇ ਭਗਵਾਨ ਨੇ ਪਰਮਾਤਮਾ ਵਾਲੇ ਪਾਸੇ ਨੂੰ ਤੁਰਨਾ ਕੀਤਾ, ਪਾਉਣਾ ਕੀਤਾ। ਮਹਾਰਾਜ ਕਹਿੰਦੇ, ਕਬੀਰ ਦੁਨੀਆ ਕੇ ਦੋਖੇ ਮੁਆ, ਚਾਲਤ ਕੁਲ ਕੀ ਕਾਣ। ਮਹਾਰਾਜ ਕਹਿੰਦੇ ਦੁਨੀਆ ਦੇ ਦੋਖੇ ਮੁਆ, ਦੁਨੀਆ ਦੇ ਦੁੱਖਾਂ ਵਿੱਚ ਜਿਹੜੀਆਂ ਔਰ ਦੁਨੀਆ ਸੰਸਾਰ ਦੇ ਜੀਵ ਪਰਿਵਾਰ ਆਦਿ ਇਹਨਾਂ ਦੇ ਮੋਹ ਵਿੱਚ ਫਸ ਕੇ ਦੂਜਾ ਕੀ ਕਰੇਗਾ, ਤੀਜਾ ਕੀ ਕਰੇਗਾ। ਔਰ ਜਿਹਨੂੰ ਮਹਾਰਾਜ ਨੇ ਬਾਣੀ ਅੰਦਰ ਕਿਹਾ, ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ। ਦੀਨ ਧਰਮ ਇਮਾਨ ਆਪਣਾ ਗਵਾਤਾ ਦੁਨੀਆ ਦੇ ਕਾਰਨ, ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ। ਜਿੱਦਨ ਉੱਠ ਕੇ ਸੰਸਾਰ ਤੋਂ ਤੁਰਨ ਲੱਗਾ, ਇਹ ਦੁਨੀਆ ਵਿੱਚੋਂ ਕਿਸੇ ਨੇ ਵੀ ਨਾਲ ਨਾ ਤੁਰਨਾ ਕੀਤਾ, ਕੱਲੇ ਨੂੰ ਜੀਵਨ ਨੂੰ ਜਾਣਾ ਪਿਆ। ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ, ਗਾਫਲ ਆਪਣੇ ਹੱਥ। ਬੇਸਮਝ ਨੇ ਆਪਦੇ ਪੈਰਾਂ ਤੇ ਆਪ ਕੁਹਾੜੀ ਮਾਰ ਲਈ। ਆਪਣੇ ਨਾਲ ਤੁਰਨ ਵਾਸਤੇ ਕੁਝ ਵੀ ਨਾਲ ਨਾ ਕਮਾਉਣਾ ਕੀਤਾ ਸੰਸਾਰ ਵਿੱਚ। ਮਹਾਰਾਜ ਕਹਿੰਦੇ ਦੁਨੀਆ ਕੇ ਦੋਖੇ ਮੂਆ, ਦੁਨੀਆ ਦੇ ਦੁੱਖਾਂ ਨੂੰ, ਪਰਿਵਾਰ ਦੇ ਦੁੱਖਾਂ ਨੂੰ ਤੱਕ ਕੇ ਮੈਂ ਆ ਹਾਂ ਉਹ ਹਾਂ, ਔਰ ਮੋਆ ਮਰ ਗਿਆ, ਖਤਮ ਹੋ ਗਿਆ। ਆਪਣੇ ਦੁੱਖ ਵਾਲੇ, ਆਪਣਾ ਦੁੱਖ ਕੱਟਣ ਵਾਸਤੇ ਕੋਈ ਉਪਰਾਲਾ ਨਾ ਕੀਤਾ, ਬਸ ਇਹੀ ਮਨ ਅੰਦਰ ਰਿਹਾ, ਚਾਲਤ ਕੁਲ ਕੀ ਕਾਣ। ਕਹਿੰਦੇ ਤਾਂ ਸਾਡੀ ਕੁੱਲ ਵਿੱਚ ਚੱਲਦਾ ਹੁੰਦਾ ਹੈ। ਅੱਜ ਦਾ ਦਿਨ ਜਿਹੜਾ ਹੈ, ਇਹਨੂੰ ਵੀ ਮਾਈਆਂ ਬੀਬੀਆਂ ਕਹਿੰਦੀਆਂ ਨਹੀਂ ਨਹੀਂ ਨਹੀਂ, ਇਹ ਨਹੀਂ ਛੱਡਣਾ,
ਇਧਰੋਂ ਨਿਤਨੇਮ ਰਹਿੰਦਾ ਰਹਿ ਜਾਏ, ਗੁਰਦੁਆਰੇ ਜਾਣਾ ਰਹਿੰਦਾ ਰਹਿ ਜਾਵੇ, ਕੰਮ ਤੋਂ ਰਹਿ ਜਾਵੇ, ਆ ਵਰਤ ਨਹੀਂ ਛੱਡਣਾ। ਕਿਉਂ? ਮੇਰੀ ਸੱਸ ਵੀ, ਉਹਦੀ ਸੱਸ ਵੀ, ਗਾਂ ਦੀ ਗਾਂ, ਇਹ ਤਾਂ ਆਪਣੀ ਕੁੱਲ 'ਚ ਸਾਰੇ ਰੱਖਦੇ। ਔਰ ਤੇਰੀ ਨਣਦ ਤੈਨੂੰ ਕੀ ਕਹੂ, ਤੇਰੀ ਮਾਂ ਕੀ ਕਹੂ, ਤੇਰੀ ਫਲਾਨੀ ਕੀ ਕਹੂ। ਔਰ ਇਸੇ ਕਨੌੜ ਦੇ ਵਿੱਚ ਹੀ, ਇਹ ਭਰਮ ਦੇ ਵਿੱਚ ਹੀ ਸਾਰਾ ਜਿਹੜਾ ਹੈ ਪਖੰਡ ਫੈਲ ਰਿਹਾ। ਔਰ ਇਸੇ ਭਰਮ ਦੇ ਅੰਦਰ ਮਹਾਰਾਜ ਕਹਿੰਦੇ ਦੁਨੀਆ ਕੇ ਦੋਖੇ ਮੂਆ ਚਾਲਤ ਕੁੱਲ ਕੀ ਕਾਣ। ਕਾਲ ਜਿਹੜੀ ਕੁੱਲ ਦੀ ਆਪਣੀ ਦੀ ਕਨੌੜ ਦੇ ਵਿੱਚ, ਉਹਦੇ ਝੱਕ ਦੇ ਅੰਦਰ, ਉਹਦੀ ਸ਼ਰਮ ਦੇ ਅੰਦਰ ਇਹ ਸਾਰੇ ਕਰਮ ਪਿਆ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਆ। ਚਾਲਤ ਕੁੱਲ ਕੀ ਕਾਣ ਤਬ ਕੁੱਲ ਕਿਸ ਕਾ ਲਾਜ ਸੀ, ਜਬ ਲੈ ਧਰੇ ਮੁਸਾਨ। ਕਹਿੰਦਾ ਜੇ ਮੈਂ ਆ ਕੰਮ ਨਾ ਕੀਤਾ ਮੇਰੀ ਕੁੱਲ ਸ਼ਰਮਸਾਰ ਹੋਏਗੀ, ਮੇਰੀ ਕੁੱਲ ਦੇ ਲੋਕ ਮੈਨੂੰ ਕੀ ਕਹਿਣਗੇ। ਮਹਾਰਾਜ ਸਾਹਿਬ ਕਹਿੰਦੇ ਸਜਣਾ, ਉਦਣ ਤੇਰੀ ਕੁੱਲ ਸ਼ਰਮਸਾਰ ਨਾ ਹੋਏਗੀ ਜਿੱਦਣ ਚੱਕ ਕੇ ਉਹਨਾਂ ਤੇਰੀ ਕੁੱਲ ਵਾਲਿਆਂ ਨੇ ਤੈਨੂੰ ਸ਼ਮਸ਼ਾਨ ਭੂਮੀ ਵਿੱਚ ਧਰ ਦਿੱਤਾ। ਉਦਣ ਕੁੱਲ ਕਿਹਦੀ ਸ਼ਰਮਸਾਰ ਹੋਏਗੀ? ਉਦਣ ਵੀ ਤੇਰੀ ਕੁੱਲ ਵਾਲਿਆਂ ਨੇ ਤੈਨੂੰ ਰੱਖਣਾ ਹੈ, ਤੇਰੇ ਆਪਣਿਆਂ ਨੇ ਤੈਨੂੰ ਦਫਨ ਕਰਨਾ ਹੈ, ਤੇਰੇ ਆਪਣਿਆਂ ਨੇ ਤੈਨੂੰ ਚਿਖਾ ਤੇ ਰੱਖ ਕੇ ਅੱਗ ਲਾਉਣੀ ਹੈ। ਓਏ ਸੱਜਣਾ, ਤੂੰ ਆਪਣੇ ਲਈ ਤਾਂ ਕਰ, ਕਿਸੇ ਨੇ ਨਹੀਂ ਲਾਉਣੀ, ਤੇਰੇ ਆਪਣਿਆਂ ਨੇ ਲਾਂਬੂ ਲਾਉਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਦਣ ਕੁੱਲ ਨੂੰ ਲੱਜਾ ਨਹੀਂ ਆਏਗੀ। ਇਹ ਤਾਂ ਸਾਡੇ ਲਈ ਕਰਦਾ ਰਿਹਾ, ਕਿਉਂ ਤਨ ਨੇ ਇੰਨਾ ਕੁਝ ਕੀਤਾ ਸਾੜਦੇ ਆ। ਉਦਣ ਤਾਂ ਇੱਕ ਰਾਤ ਵੀ ਵੱਧ ਕੋਈ ਘਰੇ ਰੱਖਣ ਨੂੰ ਤਿਆਰ ਨਹੀਂ। ਜੇ ਅਜੇ ਤਰਕਾਲਾਂ ਦਾ ਸੂਰਜ ਨਾ ਛਿਪਿਆ ਹੋਵੇ, ਕਹਿੰਦੇ ਚਲੋ ਚਲੋ ਅਜੇ ਸਮਾਂ ਹੈਗਾ, ਦਵਾ ਦਵਾ ਸੰਸਕਾਰ ਕਰ ਦੇਵੋ। ਕੋਈ ਨਹੀਂ ਕਹਿੰਦਾ ਕਿ ਬਾਪੂ ਆ, ਬੇਬੇ ਆ, ਭੈਣ ਆ, ਭਰਾਈ ਭਰਾ ਏ, ਆਂਗੇ ਸਾਕੇ ਜਾਂਦੀ ਵਾਰੀ ਇਹਨੂੰ ਮੇਰੇ ਘਰੇ ਗੇੜਾ ਕਢਾ ਦਿਓ, ਅੱਜ ਦੀ ਰਾਤ ਮੇਰੇ ਘਰੇ ਧਰ ਦਿਓ, ਅੱਜ ਦੀ ਰਾਤ ਮੇਰੇ ਘਰੇ ਰਹੇ। ਕੋਈ ਨਹੀਂ ਕਹਿੰਦਾ। ਮਹਾਰਾਜ ਸਾਹਿਬ ਕਹਿੰਦੇ ਸਜਣਾ, ਉਦੋਂ ਕਿਹਦੀ ਕੁੱਲ ਸ਼ਰਮਸਾਰ ਹੁੰਦੀ? ਜਿਹੜੀ ਕੁੱਲ ਦੇ ਕਾਰਨ ਤੂੰ ਆਪਣਾ ਦੀਨ ਗਵਾਉਣਾ, ਧਰਮ ਗਵਾਉਣਾ ਪਿਆ ਹੈ। ਉਦੋਂ ਕੁੱਲ ਕਿਸੇ ਦੀ ਨਹੀਂ ਬਣਦੀ। ਤੂੰ ਧਰਮ ਨੂੰ ਕਮਾ, ਪਖੰਡ ਨੂੰ ਨਾ ਮੂਰੇ ਲਿਆ ਤੇ ਰੱਬ ਤੇਰੀ ਬਾਹ ਪਕੜੇਗਾ। ਮਹਾਰਾਜ ਸਾਹਿਬ ਕਹਿੰਦੇ ਤਬ ਕੁੱਲ ਕਿਸ ਕਾ ਲਾਜ ਸੀ, ਕਿਹਦੀ ਕੁੱਲ ਜਿਹੜੀ ਲੱਜਾ ਤੁਰ ਹੋਵੇਗੀ, ਜਬ ਲੈ ਧਰੇ ਮਸਾਨ। ਮਹਾਰਾਜ ਕਹਿੰਦੇ ਕਬੀਰ ਡੁੱਬੋਗੇ ਰੇ ਬਾਪੂ ਰੇ। ਮਹਾਰਾਜ ਕਬੀਰ ਸਾਹਿਬ ਕਹਿੰਦੇ ਨੇ ਔਰ ਕਹਿਣ ਲੱਗੇ ਸਜਣਾ, ਤੂੰ ਡੁੱਬੇਗਾ ਇਹੋ ਜਿਹੇ ਪਖੰਡ ਭਰਮ ਕਰਨ ਵਾਲਿਆ, ਤਰਦਾ ਨਹੀਂ। ਯਾਦ ਰੱਖੀ, ਭਰਮ ਜਿਹੜਾ ਡੋਬਦਾ ਹੈ ਤੇ ਜਿਹੜਾ ਧਰਮ ਹੈ ਉਹ ਤਾਰਦਾ ਹੈ। ਔਰ ਧਰਮ ਹੈ ਜੋ ਦਾ ਇਸ਼ਟ ਕਹਿੰਦਾ ਹੈ, ਜੋ ਦਾ ਗੁਰੂ ਕਹਿੰਦਾ ਹੈ, ਜੋ ਦਾ ਰਹਿਬਰ ਕਹਿੰਦਾ ਹੈ, ਉਹ ਸਿੱਖਿਆ ਤੇ ਚੱਲ ਔਰ ਉਹਦੇ ਅਨੁਸਾਰ ਚੱਲੇਗਾ, ਤਰ ਜਾਵੇਂਗਾ। ਮਹਾਰਾਜ ਕਬੀਰ ਸਾਹਿਬ ਕਹਿੰਦੇ ਡੁੱਬੋਗੋ ਰੇ ਬਾਪੂ ਰੇ, ਔਰ ਡੁੱਬੇਗਾ ਬਹੁ ਲੋਗਨ ਕੀ ਕਾਣ। ਦੁਨੀਆ ਦੀ ਕਨੌੜ ਤੱਕ ਕੇ ਮੈਨੂੰ ਲੋਕ ਕੀ ਕਹਿਣਗੇ, ਇਹਨੇ ਆ ਕੰਮ ਨਹੀਂ ਕੀਤਾ, ਇਹਨੇ ਆ ਨਹੀਂ ਕੀਤਾ। ਬੜੇ ਲੋਕ ਨਾ ਮਨਮਤ ਨੂੰ ਅਪਣਾਉਣ ਵਾਸਤੇ, ਮਨਮਤ ਦਾ ਸੁਨੇਹਾ ਦੇਣ ਵਾਸਤੇ ਔਰ ਦੂਜੇ ਨੂੰ ਕਹਿਣ ਕਰਨਗੇ ਔਰ ਉਹਨਾਂ ਨੂੰ ਮਨਮਤ ਵੱਲ ਨੂੰ ਪ੍ਰੇਰਿਤ ਕਰਨਗੇ, ਗੁਰਮਤ ਵੱਲ ਨੂੰ ਨਹੀਂ। ਮਹਾਰਾਜ ਸੱਚੀ ਸਰਕਾਰ ਕਹਿੰਦੇ ਇਹ ਮਨਮਤ ਵੱਲ ਨੂੰ ਪ੍ਰੇਰ ਕੇ ਦੁਨੀਆ ਨੇ ਔਰ ਕੁੱਲ ਦੀ ਕਨੌੜ ਦੇ ਦੇ ਕੇ ਉਹਨਾਂ ਨੇ ਆਪ ਤਾਂ ਡੁੱਬਣਾ ਸੀ, ਦੂਜਿਆਂ ਨੂੰ ਵੀ ਡੋਬ ਦਿੱਤਾ। ਬਹੁ ਲੋਗਨ ਕੀ ਕਾਣ, ਕਹਿੰਦੇ ਪਰੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਣ। ਸਜਣਾ, ਇਹ ਭਰਮ ਦੇ ਅੰਦਰ ਪਿਆ ਆ। ਕਾਹਦਾ ਤੂੰ ਗੁਰਮਤੀਆ ਹੋ ਗਿਆ ਸਜਣਾ? ਗੁਰਮਤ ਤਾਂ ਤੇਰੇ ਪਰਿਵਾਰ ਵਿੱਚ ਹੀ ਨਹੀਂ ਉਤਰੀ। ਮੈਂ ਤੁਹਾਨੂੰ ਗੱਲਾਂ ਕਰਨਾ, ਮੇਰਾ ਪਰਿਵਾਰ ਸਾਰਾ ਪਖੰਡ ਕਰਦਾ ਹੋਵੇ ਤੇ ਸਜਣੋਂ ਦੱਸੋ। ਔਰ ਕੇਵਲ ਗੱਲਾਂ ਤੇ ਦਿਖਾਵਾ ਹੈ ਨਾ ਘਰੇ, ਔਰ ਜਿਹੜਾ ਸਾਡੀ ਗੁਰਮਤ ਕਹਿੰਦੇ, ਅਸੀਂ ਗੁਰ ਸਿੱਖ ਕਹਿੰਦੇ ਆ, ਤੇ ਘਰ ਵਿੱਚ ਆ ਵਰਤ ਸ਼ਰਤਾਂ ਦਾ ਸਾਰਾ ਸਮਾਨ ਚੱਲਦਾ ਹੋਵੇ, ਹੋਰ ਪਖੰਡ ਭਰਮ ਚੱਲਦੇ ਹੋਣ, ਕਿਹੜੀ ਗੁਰਮਤ ਆ? ਆਪਣੇ ਆਪਣੇ ਅੰਦਰ ਝਾਤੀ ਮਾਰਨੀ ਕਿ ਮੇਰੇ ਘਰ ਦੀ ਬਾਉਂਡਰੀ ਦੇ ਅੰਦਰ, ਮੇਰੇ ਪਰਿਵਾਰ ਦੇ ਅੰਦਰ ਹੀ ਚੱਲਦਾ। ਸੱਚੀ ਮੁੱਚੀ ਗੁਰਸਿੱਖੀ ਚੱਲਦੀ ਆ ਕਿ ਵਹਿਮ ਭਰਮ ਚੱਲਦਾ? ਜੇ ਚੱਲਦਾ ਹੈ ਗੁਰੂ ਅੱਗੇ ਅਰਦਾਸ ਕਰਕੇ ਤੇ ਗੁਰੂ ਅੱਗੇ ਤਰਲਾ ਲਈਏ, ਪ੍ਰਭੂ ਜਿੱਥੇ ਮੈਨੂੰ ਮਤ ਬਖਸ਼ੀ ਉਹਨਾਂ ਨੂੰ ਵੀ ਸਮਝਾਉਣ ਦਾ ਯਤਨ ਕਰੀ। ਗੁਰੂ ਦੀ ਕਿਰਪਾ ਹੋਵੇ, ਉਹਦੀ ਕਿਰਪਾ ਦੇ ਪਾਤਰ ਬਣੀਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਜਣੋ, ਜੇ ਇਸ ਲੀ ਤੇ ਤੁਰੇ ਤੇ ਡੁੱਬੋਗੇ ਰੇ ਬਾਪਰੇ, ਬਹੁ ਲੋਗਨ ਕੀ ਕਾਣ।
पड़ोसी के जो हुआ तू अपने पी जान। तेरे पड़ोसी मैना हुंदा गवांढी। गवांढी दे घरों जे अर्थी उठी आ ना ते सजना कदे देख के मन अंदर और खुश ना हो कि इहदा मर गया ते चंगा होया। वो मौत ने एक दिन तेरे घरे भी दस्तक देने आ, वो अर्थी तेरे घरों में उठनी आ सजना। और जो पड़ोसी दे होया वो अपने भी जान वहम भरम जेड़ा अज वाला दिन आ ना, लो जी किसी दा कोई मर गया उन्हें वर्त रख लिया वो जिंदा हो गया ते दुनिया विच मरदे क्यों ने? कि जिन्ने मर रहे ने सारियां दियां बीबियां ने वर्त नहीं रखिया। बहुत आद अंदर बहीरा घत के इस पासे नूं जांदे ते जेड़े रखाउण वाले जेड़े कहानियां सुनाउण वाले वो किन्ने कुछ बचे ने? वो भी पखंड दे बहन विच ही वहे आ ना। महाराज साहब कहंदे बच पखंड तो जेड़ी मौत गवांढी दे घरे अर्थी उठी आ, एक दिन तेरे घरों भी अर्थी उठेगी। इस तो बचेगा तां जे परमात्मा नाल जुड़ेगा। महाराज कहंदे कबीर भली मधुकरी नाना बिद को नाज, दावा काहू को नहीं बड़ा देश बड़ा। महाराज कबीर साहब ने तकिया कि कोई किसे नूं अन्न अनाज दिंदा है, दर ते आए मंगते ने ते ओदे उपर दावा करदा मैं तेनू ऐना कुछ दिता ते तू मेरी गल क्यों ना मन्नी। कहंदे कदे रब वाले सोचिया कि ओने तेनू किन्ना कुछ दिता। असी किसे नू 4 सिर दाने दे दिए ना गट्टा दाणियां दा ते ओदे तो काम करवाउणे आ, ओनू अपनी इन मनाउने। किसे नू कोई जॉब दवा दिए ना नौकरी, मैं सीधे जे बोलां चका ते असी कहने साल भर मेरे घरे फ्री काम करे। और क्यों मैनू नौकरी नूं लवाई है इहदे परिवार दे विच। महाराज साहब कहंदे ओए भलिया किहड़े पासे तुर पिया, ओदा खून नचोड़दा पिया ते तेनू किन्ने लवाई सी? तू ओदे घरे किन्ने भांडे मांजे सी? तू ओदे घरे की करदा रहा? महाराज कहंदे किहड़ी सिक्खी लई बैठा? और सिख ऐसा नहीं करदा। सिख जेड़ा है वो कहंदा मैनू गुरु ने दिता। सजना तेनू कदे गुरु ने क्या तेनू अखां दित्तियां, पैर दिते, हाथ दिते, दिल दिमाग दिता, और परिवार दिता, कारोबार दिता। तू गुरु दे भांडे किन्ने क मांजे होए? तू किदे गुरु नू किन्ना को दे बचनां नू मन्नी बैठा? असी गुरु तो बेवफा होए आ। महाराज साहब कहंदे और सजना ओदे ना वफा कमा। डॉक्टर मोहम्मद इकबाल कहन लगे, कहंदे खुदाया हफ्श के बंदे वफा को बेच देते हैं, क्या कहिए खुदा के घर की खुद खुदा को बेच देते हैं। रब दे नां ते ठगियां मार दे। महाराज साहब कहंदे धर्म दे नां ते ठगियां मार दे, धर्म दे नां ते आ भरम नूं फैलाया जा रहा है। महाराज सच्ची सरकार कहंदे सजना और ओ फकीर रब दा प्यारा कहंदा सजना तेरे देन नालों मधुकरी और नाना बिद को नाद। मधुकरी दा अर्थ हुंदा मंग के रोटी खानी। कहन लगे जे तू दे के उलामे मारने, तू दे के अपने घर दा काम कराई जाना। कहन लगे सजना ओदे नालों चंगा है कि नगर विचों मंग के खा लवां। ते मंग के कोई एक रोटी दे देगा, 2 दे देगा, पर कोई ये नहीं कहेगा कि तू आ मेरा काम कर जा तू मेरा कया मान। कह लगे सजना फकीर ने 2 रोटियां खा के रब दी इबादत करनी आ। और कबीर भली मधुकरी नाना बिद को नाज, नाना प्रकार दा अनाज छड़ के भली मंग के खादी रोटी चंगी। कहन लगे ओ तरह तरह दे अनाज इधरों किदों एक कणक दा प्रसादा मिल गया, किदों बाजरे दा, किदों मक्की दा मिल गया। कहन लगे सजना नाना बिद को नाज, अनेका प्रकार दा नाज है, दावा काहू को नहीं, ओदे ते दावा किसे दा नहीं कि इनू रोटी मैं दिती। जे मैं ना रोटी देंदा ये भुखा मर जांदा, जे मैं ना इनू रोटी पाउंदा ये भुखा मर जांदा। महाराज कहंदे तेनू भी तां रब ने पाया, जे तू इहदे बच्चियां लई किते फरमाइश कर दित्ती ते तेरे बच्चियां ने भी तां रब ने बाह फड़ी। सारियां दी रब बाह फड़दा है, तू दावे क्यों बनदा है? दावा काहू को नहीं, बड़ा देश बड़ राज। कहंदे वड्डा देश है, साधु जिथों मर्जी मंग के खा लवे, ओदा सारा राज है। जेड़े मर्जी रियासत दे विच जाके ओ रह लवे
ਤੇ ਰੱਬ ਦੇ ਨਾਮ ਨੂੰ ਜਪ ਕੇ ਭੋਜਨ ਛਕ ਲਵੇ। ਕਹਿਣ ਲੱਗੇ ਕਬੀਰ ਦਾਵੈ ਦਜ ਨ ਹੋਤ ਹੈ, ਨਿਰਦਾਵੈ ਰਹਿ ਨਿਸੰਕ। ਕਹਿੰਦੇ ਜਿਹੜੇ ਦਾਵੇ ਬੰਨਦੇ ਆ ਨਾ ਉਹ ਦਜ ਨ ਹੋਤ ਹੈ, ਉਹ ਸੜ ਜਾਂਦੇ, ਖਤਮ ਹੋ ਜਾਂਦੇ। ਨਿਰਦਾਵੈ ਰਹਿ ਨਿਸੰਕ, ਜਿਨ੍ਹਾਂ ਨੇ ਦਾਵਾ ਕਾਹੇ ਦਾ ਨਹੀਂ ਕੀਤਾ। ਦਾਵਾ ਮੇਰਾ ਘਰ, ਮੇਰਾ ਪਰਿਵਾਰ, ਮੇਰਾ ਕਾਰੋਬਾਰ ਮੇਰੇ ਬੋਲਾਂ ਨਾਲ ਕੁਝ ਹੋਇਆ, ਆ ਹੋਇਆ, ਉਹ ਹੋਇਆ। ਕਹਿੰਦੇ ਉਹ ਸ਼ੰਕਾ ਤੋਂ ਰਹਿਤ ਹੋ ਗਏ। ਉਹਨਾਂ ਕੋਈ ਸ਼ੰਕਾ ਨਹੀਂ ਮਨ ਵਿੱਚ ਰੱਖੀ ਕਿ ਐ ਹੋ ਜਾਏਗਾ, ਉਹ ਹੋ ਜਾਏਗਾ। ਨਿਰਦਾਵੇ ਰਹਿ ਨਿਸੰਕ। ਕਹਿੰਦੇ ਜਿਨ੍ਹਾਂ ਦਾਵਾ ਨਹੀਂ ਨਾ ਬੱਧਾ, ਜੋ ਜਨ ਨਿਰਦਾਵੇ ਰਹਿ, ਜਿਹੜੇ ਦਾਵੇ ਤੋਂ ਰਹਿਤ ਹੋ ਕੇ ਰਹੇ ਫਕੀਰ, ਰੱਬ ਦੇ ਗੁਰ ਸਿੱਖ ਪਿਆਰੇ ਭਗਤ। ਕਹਿਣ ਲੱਗੇ ਸਜਣਾ ਸੋ ਗਣੈ ਇੰਦਰ ਸੋ ਰੰਕ। ਉਹ ਇੰਦਰ ਨੂੰ ਵੀ ਕੰਗਾਲ ਕਰਕੇ ਧਰ ਦਿੰਦੇ ਨੇ। ਕਹਿੰਦੇ ਇੰਦਰ ਦੇ ਕੋਲ ਵੀ ਉਹ ਕੁਝ ਨਹੀਂ ਜੋ ਮੈਨੂੰ ਚਾਹੀਦਾ, ਜੋ ਮੈਨੂੰ ਦੇ ਸਕੇ, ਕਿਉਂਕਿ ਉਹਨੂੰ ਰੱਬ ਚਾਹੀਦਾ, ਇੰਦਰ ਰੱਬ ਨਹੀਂ ਦੇ ਸਕਦਾ। ਕਹਿੰਦੇ ਉਹ ਇੰਦਰ ਨੂੰ ਵੀ ਕੰਗਾਲ ਕਰ ਦਿੰਦੇ ਨੇ। ਉਹ ਜਿਹੜੇ ਰੱਬ ਦੇ ਪਿਆਰੇ ਜਦ ਚਾਹਣ ਇੰਦਰ ਪਦਵੀ ਨੂੰ ਪ੍ਰਾਪਤ ਕਰ ਸਕਦੇ ਨੇ। ਮਹਾਰਾਜ ਕਹਿੰਦੇ ਉਹਨਾਂ ਵਿੱਚ ਇੰਨੀ ਤਾਕਤ, ਜਿਨ੍ਹਾਂ ਨੇ ਗੁਰਮਤਿ ਨੂੰ ਪੰਡਾਇਆ, ਗੁਰੂ ਗੁਰੂ ਜਪ ਕੇ ਅੱਗੇ ਚੱਲਣਾ ਕੀਤਾ। ਮਹਾਰਾਜ ਕਹਿੰਦੇ ਕਬੀਰ ਪਾਲ ਸਮੂਹਾ ਸਰਵਰ ਭਰਾ, ਪੀ ਨਾ ਸਕੈ ਕੋਈ ਨੀਰ। ਕਹਿਣ ਲੱਗੇ ਭਾਗ ਵੱਡੇ ਤੈ ਪਾਇਓ, ਤੂੰ ਭਰ ਭਰ ਪੀਓ ਕਬੀਰ। ਕਹਿੰਦੇ ਜਿਹੜਾ ਸੰਸਾਰ ਦੇ ਅੰਦਰ ਔਰ ਗਿਆਨ ਦਾ ਸਰੋਵਰ ਭਰਿਆ ਹੈ, ਔਰ ਪਾਲ ਮੈਨੇ ਹੁੰਦਾ ਹੈ ਕਿਨਾਰਾ, ਪਾਲ ਮੈਨੇ ਕੰਧ ਵੀ ਹੁੰਦਾ ਕਿ ਕੂੜਾ ਟੁੱਟਾ ਪਾਲ, ਔਰ ਬੰਨਾ ਵਿਚਾਲੇ ਕਿਨਾਰਾ ਜਿਹੜਾ ਉਹ ਕੰਧ ਕਿਵੇਂ ਟੁੱਟੇ। ਇੱਥੇ ਮਹਾਰਾਜ ਕਹਿੰਦੇ ਪਾਲ ਸਮੂਹਾ ਭਰਾ, ਜਿਹੜਾ ਸਰੋਵਰ ਹੈ ਉਹ ਕਿਨਾਰਿਆਂ ਤੱਕ ਉਛਾਲੇ ਪਿਆ ਲੈਂਦਾ, ਉੱਪਰ ਤੱਕ ਤਾਂ ਭਰਿਆ ਹੋਇਆ ਹੈ, ਪੀ ਨਾ ਸਕੇ ਕੋਈ ਨੀਰ। ਕਹਿੰਦੇ ਦੇ ਜੋ ਇੰਨਾ ਸਰੋਵਰ ਭਰਿਆ ਹੋਵੇ ਤੇ ਕੋਈ ਪਾਣੀ ਦੀ ਛਟ ਪੀ ਨਹੀਂ ਸਕਦਾ। ਸੰਸਾਰ ਏ, ਚਾਹੇ ਉਹ ਬ੍ਰਹਮਪੁਰੀ, ਸ਼ਿਵਪੁਰੀ ਸੰਸਾਰ ਏ, ਔਰ ਇਹ ਸਾਰੇ ਸੰਸਾਰ ਅੰਦਰ ਰੱਬ ਵਸਿਆ ਹੋਇਆ ਹੈ, ਰੱਬ ਦਾ ਗਿਆਨ ਵਸਿਆ ਹੋਇਆ ਹੈ, ਰੱਬ ਦੀਆਂ ਦਾਤਾਂ ਵਸੀਆਂ ਹੋਈਆਂ ਨੇ। ਅਗਿਆਨਤਾ ਦੇ ਅੰਧਕਾਰ ਨਾਲ ਇਹਦੇ ਵਿੱਚੋਂ ਕੋਈ ਪ੍ਰਾਪਤ ਨਹੀਂ ਭਗਵਾਨ ਦੇ ਨਾਮ ਨੂੰ ਕਰਦਾ ਪਿਆ। ਇਹ ਭਰਿਆ ਹੋਇਆ ਆਨੰਦ ਹੈ, ਇਹਦੇ ਵਿੱਚੋਂ ਕੋਈ ਪੀ ਨਾ ਸਕੇ ਕੋਈ ਨੀਰ, ਕੋਈ ਆਨੰਦ ਨੂੰ ਪ੍ਰਾਪਤ ਨਹੀਂ ਕਰਦਾ। ਭਾਗ ਵੱਡੇ ਤੈ ਪਾਇਓ, ਕਹਿੰਦੇ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੋ ਗਿਆ। ਮਹਾਰਾਜ ਕਬੀਰ ਸਾਹਿਬ ਕਹਿੰਦੇ ਭਾਗ ਵੱਡੇ ਤੈ ਪਾਇਓ, ਤੂੰ ਭਰ ਭਰ ਪੀਓ ਕਬੀਰ। ਕਬੀਰ ਸਾਹਿਬ ਕਹਿੰਦੇ ਜਿਹੜਾ ਗਿਆਨ ਦਾ ਮਹਾਸਾਗਰ ਸੀ ਨਾ, ਸੰਸਾਰ ਵਿੱਚੋਂ ਮੈਂ ਬੁੱਕ ਭਰ ਭਰ ਕੇ ਉਸ ਆਨੰਦ ਨੂੰ ਮਾਣਿਆ, ਉਹਨੂੰ ਛਕਣਾ ਕੀਤਾ, ਉਹਨੂੰ ਜਪਣਾ ਕੀਤਾ, ਉਹਨੂੰ ਪੀਣਾ ਕੀਤਾ। ਮਹਾਰਾਜ ਕਬੀਰ ਸਾਹਿਬ ਕਹਿੰਦੇ ਦੁਨੀਆ ਦੇ ਲੋਗੋ ਪਖੰਡ ਦੇ ਅੰਦਰ ਨਾ ਪਿਆ ਜੇ, ਉਹ ਪੰਡਤ ਦੇ ਦਰਸਾਏ ਮਾਰਗ ਤੇ ਨਾ ਤੁਰਿਆ ਜੇ। ਵਹੀਰਾ ਘੱਟ ਕੇ ਲੋਕ ਉਸ ਪਾਸੇ ਨੂੰ ਤੁਰਦੇ ਨੇ, ਪਰ ਗੁਰਮਤ ਵੱਲ ਨੂੰ ਕੋਈ ਵਿਰਲਾ ਗੁਰਮਤ ਚੱਲੇ ਜੀਓ। ਕੋਈ ਵਿਰਲਾ ਹੀ ਹੈ ਜਿਹੜਾ ਗੁਰੂ ਵਾਲੇ ਪਾਸੇ ਨੂੰ ਚੱਲਦਾ ਹੈ, ਗੁਰੂ ਵਾਲੇ ਪਾਸੇ ਨੂੰ ਤੁਰਦਾ ਹੈ। ਸਾਡੇ ਗੁਰੂ ਨੇ ਆਦਿ ਕਾਲ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਔਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੱਕ ਔਰ ਸਾਨੂੰ ਇਹ ਮਾਰਗ ਦਿੱਤਾ ਹੈ, ਵਹਿਮਾਂ ਭਰਮਾਂ ਪਖੰਡਾਂ ਤੋਂ ਦੂਰ ਹੋ ਕੇ ਨਿਰੰਕਾਰ ਨੂੰ ਜਪਣਾ ਹੈ ਤੇ ਪਰਮਾਤਮਾ ਦੇ ਦਰਸਾਏ ਮਾਰਗ ਤੇ ਚੱਲਣਾ ਹੈ। ਬਾਣੀ ਨੂੰ ਜੀਵਨ ਆਧਾਰ ਬਣਾਉਣਾ ਹੈ, ਬਾਣੀ ਨੂੰ ਆਪਣੇ ਤਨ ਤੇ ਸੁਝਾਣਾ ਹੈ। ਮਹਾਰਾਜ ਸਾਹਿਬ ਕਹਿੰਦੇ ਜਦੋਂ ਬਾਣੀ ਹਿਰਦੇ ਚ ਹੋਈ, ਗੁਰਮਤ ਨੂੰ ਅਪਣਾਇਆ ਹੋਇਆ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੋਈ, ਸਜਣਾ ਪਰਲਬਧੀ ਦੇਣ ਵਾਲਾ ਪਰਮਾਤਮਾ, ਆਜੂ ਦੇਣ ਵਾਲਾ ਪਰਮਾਤਮਾ ਹੈ ਤੇ ਰੋਜੀ ਦੇਣ ਵਾਲਾ ਵੀ ਪਰਮਾਤਮਾ ਹੈ ਤੇ ਸੰਸਾਰ ਤੇ ਜਨਮ ਦੇਣ ਵਾਲਾ ਪਰਮਾਤਮਾ ਹੈ ਤੇ ਸੰਸਾਰ ਦੇ ਵਿੱਚ ਰੋਜੀ ਵੀ ਪਰਮਾਤਮਾ ਦਿੰਦਾ, ਪਰਵਰਸ਼ ਵੀ ਪਰਮਾਤਮਾ ਕਰਦਾ ਹੈ। ਤੇ ਜਿੱਦਣ ਸੰਸਾਰ ਤੋਂ ਜਾਣਾ ਹੈ ਨਾ, ਤਨ ਛੱਡਣਾ ਹੈ, ਉਦਣ ਵੀ ਪਰਮਾਤਮਾ ਨੇ ਲੈ ਕੇ ਜਾਣਾ ਹੈ। ਪਰਮਾਤਮਾ ਤੋਂ ਬਗੈਰ ਨਾ ਰੋਜੀ ਕਿਸੇ ਦੇਣੀ ਹੈ, ਨਾ ਜਨਮ ਕਿਸੇ ਦੇਣਾ ਹੈ, ਨਾ ਲੈ ਕੇ ਜਾਣਾ ਹੈ। ਇਹ ਵਰਦਾਂ ਸ਼ਰਤਾਂ ਦੇ ਜਿਹੜੇ ਵਹਿਮ ਭਰਮੇ ਆ ਨਾ, ਗੁਰਸਿੱਖੋ ਇਹਨੂੰ ਤਿਆਗੋ ਔਰ ਕਿਸੇ ਦੇ ਦਰਸਾਏ ਮਾਰਗ ਤੇ ਤੁਰ ਕੇ ਕਿਸੇ ਭਰਮ ਫੈਲਾਉਣ ਵਾਲੇ ਦੇ ਸਿੱਖ ਨਾ ਬਣੀਏ, ਔਰ ਗੁਰੂ ਨਾਨਕ ਸਾਹਿਬ ਦੇ ਸਿੱਖ ਬਣੀਏ, ਗੁਰੂ ਪੰਥ ਸਾਹਿਬ ਦੇ ਸਿੱਖ ਬਣੀਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿੱਖ ਬਣੀਏ, ਦਸੋਂ ਪਾਤਸ਼ਾਹੀਆਂ ਤੇ ਆਪਣਾ ਅਮਾਨ ਲਿਆਈਏ, ਉਹਨਾਂ ਦੇ ਦੱਸੇ ਮਾਰਗ ਤੇ ਤੁਰੀਏ, ਫਿਰ ਅਸੀਂ ਸੱਚੀ ਮੁੱਚੀ ਸਿੱਖ ਹੋਵਾਂਗੇ।
ਗੁਜਰ ਗੁਰੂ ਦੀ ਸਿੱਖਿਆ ਨੂੰ ਧਾਰਨ ਕਰ ਲਿਆ। ਅਜੇ ਮੇਰੀ ਤਰ੍ਹਾਂ ਨਾਂ ਦੇ ਸਿੱਖਾਂ ਕਿ ਮੈਂ ਸਿੱਖ ਹਾਂ ਜੀ, ਆਹ ਹਾਂ ਜੀ, ਉਹ ਹਾਂ, ਘਰ ਦੇ ਵਿੱਚ ਬੜੀ ਸਾਡੇ ਮਨਮਤ ਹੋ ਰਹੀ ਏ, ਬੜੇ ਪਖੰਡ ਫੈਲੇ ਹੋਏ ਨੇ, ਉਹਨਾਂ ਤੋਂ ਗੁਰੇਜ਼ ਕਰੀਏ, ਫਿਰ ਅਸੀਂ ਲੋਕ ਸੁਖੀਏ। ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੇ ਮਾਵਾਕ ਅਨੁਸਾਰ ਸਾਡਾ ਆਇਆ ਹੋਇਆ ਸਫਲਾ ਹੋ ਸਕੇਗਾ। ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਸਤਿਗੁਰੂ ਗਰੀਬ ਨਵਾਜ ਦੇ ਬਚਨ ਜਾਣ ਕੇ ਸਤਿਗੁਰੂ ਕੀ ਸਾਧ ਸੰਗਤ ਨੇ ਹਿਰਦਿਆਂ ਅੰਦਰ ਵਸਾਵਨੇ। ਦਾਸ ਨੂੰ ਗੁਰੂ ਕੀ ਸੰਗਤ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰ ਦਾ ਕੁੱਕਰ ਜਾਣ ਕੇ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਜੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।